जब यूनिवर्सिटी स्टूडेंट्स की है जी, तो यहाँ पर काउंसिल भी स्टूडेंट की बननी चाहिए, ना कि किसी पॉलिटिकल पार्टी की। यूनिवर्सिटी ने फी हाइक करी, पूसू पार्टी स्ट्राइक ते बैठी है, फी हाइक का मुद्दा स्टे लवा के आए ने। साइंसेज के अंदर 1 या 2 प्लेसमेंट है, उसके बाद कोई प्लेसमेंट नहीं है जी। तो प्लेसमेंट का बहुत बड़ा मुद्दा है यूनिवर्सिटी के अंदर, इसको हम आवाज़ भी उठा रहे हैं। ਜਿਹੜਾ ਇਹਨਾਂ ਨੇ ਐਲਾਨ ਵੀ ਕੀਤਾ ਹੈ ਇਸ ਟਾਈਮ ਸਿਰਫ ਚੋਣਾਂ 'ਚ ਆਪਦਾ ਨਾਮ ਚਮਕਾਉਣ ਵਾਸਤੇ ਐਲਾਨ ਕੀਤਾ ਹੈ। ਪੰਜਾਬ ਯੂਨੀਵਰਸਿਟੀ ਇਹ ਉਹ ਯੂਨੀਵਰਸਿਟੀ ਹੈ ਜਿੱਥੇ ਅਗਸਤ ਸਤੰਬਰ 'ਚ ਗਰਮੀ ਵੱਧ ਜਾਂਦੀ ਹੈ। ਹਾਲਾਂਕਿ ਮੌਨਸੂਨ ਸੀਜ਼ਨ ਹੁੰਦੇ ਗਰਮੀ ਕਿਉਂ ਵੱਧਦੀ ਹੈ? ਕਿਉਂਕਿ ਇਲੈਕਸ਼ਨਾਂ ਦਾ ਦੌਰ ਹੁੰਦਾ ਹੈ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਇਸ ਵਕਤ ਕੈਂਡੀਡੇਟਸ ਖੜੇ ਨੇ, ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ। ਸਭ ਤੋਂ ਪਹਿਲਾਂ HSA ਤੋਂ ਕੁਲਦੀਪ ਜੀ ਨੇ, ਕੁਲਦੀਪ ਸਿੰਘ ਨੇ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਡੇਲੀ ਪੋਸਟ ਤੇ। ਉਸ ਤੋਂ ਬਾਅਦ PSU ਲਲਕਾਰ ਤੋਂ ਮਨੀਕਾ ਨੇ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਡੇਲੀ ਪੋਸਟ ਤੇ। ਇਸ ਤੋਂ ਬਾਅਦ ਦਵਿੰਦਰਪਾਲ ਸਿੰਘ ਖੜੇ ਨੇ ਪੁੱਸੂ ਤੋਂ, ਬੜੀ ਪੁਰਾਣੀ ਪਾਰਟੀ ਹੈ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਦਿਵਿਆਂਸ਼ ਠਾਕੁਰ, ਦਿਵਿਆਂਸ਼ CYSS ਦੇ ਕੈਂਡੀਡੇਟ ਨੇ। ਵੱਡੀ ਗੱਲ ਇਹ ਹੈ ਕਿ ਪਿਛਲੇ ਸਾਲ ਇਹ ਪਾਰਟੀ ਜਿੱਤੀ ਸੀ ਪਹਿਲੀ ਵਾਰ ਆ ਕੇ। ਇਹ ਉਹ ਪਾਰਟੀ ਹੈ ਜਿਹਨੇ ਸ਼ੁਰੂਆਤ ਕੀਤੀ ਸੀਗੀ, ਸੋਪੂ ਤੇ ਪੁੱਸੂ ਦੀ ਲੜਾਈ ਹੁੰਦੀ ਸੀਗੀ, ਉਹ ਯਾਦ ਸੀਗਾ। PSU ਲਲਕਾਰ ਦੀ ਗੱਲ ਕਰੀਏ, ਇਹ ਲਲਕਾਰੇ ਇਹੋ ਜਿਹੇ ਮਾਰਦੇ ਨੇ ਕਿ ਸਟੂਡੈਂਟ ਨਾਲ ਖੜੀ ਜਾਂਦੇ ਨੇ ਆ ਕੇ। ਤੇ ਜੇ HSA ਦੀ ਗੱਲ ਕਰੀਏ, DAV ਸੈਕਟਰ 10 ਦੀ ਗੱਲ ਕਰ ਲਈਏ ਜਾਂ ਹੋਰ ਇਲਾਕਿਆਂ ਦੀ ਗੱਲ ਕਰ ਲਈਏ, ਖਾਸ ਤੌਰ ਤੇ ਹਰਿਆਣੇ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਕਈ ਇਲਾਕਿਆਂ 'ਚ ਇਹ ਪਾਰਟੀ ਦਾ ਇੱਕ ਵੱਡਾ ਨਾਂ ਬਣ ਚੁੱਕਿਆ ਹੈ। ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਹਾਂ ਮੁੱਦਿਆਂ ਦੀ ਕਿ ਆਖਿਰਕਾਰ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਕੀ ਰਹਿਣਗੇ, ਕਿਉਂਕਿ ਇੱਥੇ ਲੜਾਈ ਜਿਹੜੀ ਹੈ ਉਹ ਸਟੂਡੈਂਟਸ ਦੀ ਨਹੀਂ ਹੈਗੀ, ਉਹ ਲੜਾਈ ਹੈਗੀ ਹੈ ਮੁੱਦਿਆਂ ਦੀ, ਉਹ ਲੜਾਈ ਹੈਗੀ ਆਈਡੀਓਲੋਜੀ ਦੀ। HSA ਤੋਂ ਹੀ ਸ਼ੁਰੂਆਤ ਕਰਦੇ ਹਾਂ। ਕੁਲਦੀਪ ਸਿੰਘ, ਸਭ ਤੋਂ ਪਹਿਲਾਂ किस चीज़ ਨੂੰ ਲੈ ਕੇ, किस मुद्दे ਨੂੰ ਲੈ ਕੇ ਚੋਣ लड़ रहे हो? हमारा मुद्दा एक ही है जी, स्टूडेंट एसोसिएशन है हमारी, हिंदुस्तान स्टूडेंट एसोसिएशन। जब यूनिवर्सिटी स्टूडेंट्स की है जी, तो यहाँ पर काउंसिल भी स्टूडेंट की बननी चाहिए, ना कि किसी पॉलिटिकल पार्टी की। तो हमारा एक ही मैसेज है पूरी यूनिवर्सिटी के स्टूडेंट को, भाई अपना वोट स्टूडेंट एसोसिएशन को दो, क्योंकि जब यूनिवर्सिटी स्टूडेंट किया तो यहाँ पर काउंसिल भी स्टूडेंट की बननी चाहिए, ना कि किसी पॉलिटिकल पार्टी। कह रहे हैं ये चीज़ ਨੂੰ ਲੈ ਕੇ ਲੜ ਰਹੇ ਨੇ ਕਿ ਸਟੂਡੈਂਟਸ ਦੀ ਯੂਨੀਵਰਸਿਟੀ ਹੈ, ਕੋਈ ਪੋਲੀਟੀਕਲ ਪਾਰਟੀ ਦੀ ਨਹੀਂ ਹੈਗੀ ਹੈ। PSU ਲਲਕਾਰ ਕੀ ਕਹਿੰਦੀ ਹੈ, ਕਿਸ ਮੁੱਦੇ ਨੂੰ ਲੈ ਕੇ ਲੜ ਰਹੀ? ਦੇਖੋ ਜੀ, ਸਭ ਤੋਂ ਵੱਡਾ ਮੁੱਦਾ ਇਸ ਟਾਈਮ ਮਤਲਬ ਇਸ ਯੂਨੀਵਰਸਿਟੀ 'ਚ ਫੀਸਾਂ ਦਾ ਹੈ। ਇੱਥੇ ਔਨਗੋਇੰਗ ਕੋਰਸਿਸ ਜਿਵੇਂ ਫੀਸਾਂ ਵਧਾ ਰਹੇ ਨੇ, ਲਗਾਤਾਰ ਵਧਾ ਰਹੇ ਨੇ। ਤੇ ਦੂਜਾ ਇੱਥੇ ਫੀਸਾਂ ਦੇ ਨਾਲ ਨਾਲ ਮਤਲਬ ਫੀਸਾਂ ਜੇ ਵੱਧ ਵੀ ਰਹੀਆਂ, ਫੈਕਲਟੀ ਬਿਲਕੁਲ ਨਹੀਂ ਹੈਗੀ। 2010 ਤੋਂ ਬਾਅਦ ਇੱਥੇ ਕੋਈ ਵੀ ਪਰਮਾਨੈਂਟ ਰਿਕਰੂਟਮੈਂਟ ਨਹੀਂ ਹੋਈ। ਤੇ ਜਿਹੜੇ ਇੱਥੇ ਮਤਲਬ 734 ਪੋਸਟਾਂ ਨੇ, ਜਿਹੜੀਆਂ ਸੈਂਕਸ਼ਨ ਪੋਸਟਾਂ ਨੇ, ਉਹ ਖਾਲੀ ਨੇ, ਉਹ ਵੀ ਭਰਨੀਆਂ ਚਾਹੀਦੀਆਂ ਨੇ। ਤੇ ਉਸ ਤੋਂ ਇਲਾਵਾ ਨਵੀਆਂ ਪੋਸਟਾਂ ਵੀ ਬਣਨੀਆਂ ਚਾਹੀਦੀਆਂ ਨੇ ਇਸ ਯੂਨੀਵਰਸਿਟੀ 'ਚ। ਪੋਸਟਾਂ ਭਰਨੀਆਂ ਚਾਹੀਦੀਆਂ। ਤੁਸੀਂ ਕੀ ਕਹੋਗੇ? ਸਭ ਤੋਂ ਪੁਰਾਣੀ ਪਾਰਟੀ ਇੱਕ ਟਾਈਮ ਇਹੋ ਜਿਹਾ ਆ ਗਿਆ ਕਿ ਅਸੀਂ ਰਿਵਾਈਵ ਕਰ ਰਹੇ ਸੀਗੇ, ਕਿਵੇਂ ਰਿਵਾਈਵ ਹੋਏਗਾ? ਸਭ ਤੋਂ ਪਹਿਲਾਂ ਤੇ ਸਟੂਡੈਂਟਸ ਦੀ ਇਹ ਕਹਿ ਰਹੇ ਨੇ, ਇਹ ਗੱਲ ਕਰਦੇ ਆਏ ਨੇ, ਇੱਕ ਸਟੂਡੈਂਟ ਹਾਈਕ ਨੂੰ ਲੈ ਕੇ ਗੱਲ ਕਰਨੇ, ਫੀ ਹਾਈਕ ਨੂੰ। ਇਹ ਕਹਿ ਰਹੇ ਨੇ ਕਿ ਸਟੂਡੈਂਟ ਪੋਲਿਟਿਕਸ ਹੋਣੀ ਚਾਹੀਦੀ ਹੈ, ਇੱਥੇ ਪੋਲੀਟੀਕਲ ਪੋਲਿਟਿਕਸ ਨਹੀਂ ਹੋਣੀ ਚਾਹੀਦੀ, ਜਿਹੜੀ ਪਾਰਟੀ ਪੋਲਿਟਿਕਸ ਹੁੰਦੀ ਹੈ। ਪੁੱਸੂ ਦਾ ਕੀ ਕਹਿਣਾ? ਸਰ ਤੁਸੀਂ ਕਹਿ ਰਹੇ ਹੋ ਫੀ ਹਾਈਕ ਦਾ ਮੁੱਦਾ, ਯੂਨੀਵਰਸਿਟੀ ਨੇ ਫੀ ਹਾਈਕ ਕਰੀ, ਪੂਸੂ ਪਾਰਟੀ ਸਟ੍ਰਾਈਕ ਤੇ ਬੈਠੀ ਹੈ, ਫੀ ਹਾਈਕ ਦਾ ਮੁੱਦਾ ਸਟੇ ਲਵਾ ਕੇ ਆਏ ਨੇ। ਤੇ ਦੂਜਾ ਮੁੱਦਾ ਸਾਡਾ ਮੇਨ ਇਸ ਵਾਰ ਫੋਕਸ ਹੈ, ਪਿਛਲੇ ਸਾਲ ਜਿਹੜੀ ਪਾਰਟੀ ਆਈ, CYSS ਦੇ ਕੈਂਡੀਡੇਟ ਜਿੱਤੇ, ਇਹਨਾਂ ਨੇ ਇੱਕ ਪੂਰੇ ਸਾਲ ਦੇ ਵਿੱਚ ਇੱਕ ਵੀ ਅਕੈਡਮਿਕ ਕੰਮ ਨਹੀਂ ਕੀਤਾ। ਇਹਨਾਂ ਨੇ ਕਿਹਾ ਜੀ ਅਸੀਂ ਹੋਸਟਲ ਬਣਾਤਾ। ਇਹਨਾਂ ਤੋਂ ਪੁੱਛੇ ਹੋਸਟਲ ਬਣਾਉਣ ਵਾਸਤੇ ਸਾਨੂੰ ਸਰਕਾਰ ਦੀ ਲੋੜ ਹੈ। ਇਹਨਾਂ ਦੀ PU ਦੇ ਵਿੱਚ ਜਿਹੜੇ ਵੀ ਡਿਸੀਜਨ ਮੇਕਿੰਗ ਬੋਡੀ ਹੈ, ਸੈਨੇਟ ਸਿੰਡੀਕੇਟ ਹੈ, ਉਹਦੇ ਵਿੱਚ ਪੰਜਾਬ ਸਰਕਾਰ ਦੇ 2 ਮੈਂਬਰਸ ਆਲਰੇਡੀ ਹੁੰਦੇ ਨੇ। ਤੇ ਉਹਨਾਂ ਜੇ ਤੁਸੀਂ ਹੋਸਟਲ ਹੀ ਬਣਵਾਣੇ ਆ ਤੇ ਉਹਨਾਂ ਦੇ ਥਰੂ ਵੀ ਤੁਸੀਂ ਬਣਵਾ ਸਕਦੇ ਸੀਗੇ। ਤੁਸੀਂ ਸਪੈਸ਼ਲ ਕਹਿੰਦੇ ਹੋ ਅਸੀਂ ਹੋਸਟਲ ਬਣਾ ਦਾਂਗੇ, ਸਾਨੂੰ ਵੋਟ ਦੇ ਦਿਓ। ਤੁਸੀਂ ਗੱਲ ਕਰੋ ਅਕੈਡਮਿਕਸ ਦੀ, ਤੁਸੀਂ ਗੱਲ ਕਰੋ ਪਲੇਸਮੈਂਟਸ ਦੀ। ਇੱਥੇ ਇਹ ਗੱਲ ਕਰ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਪਲੇਸਮੈਂਟ ਕਰਨ ਵਾਸਤੇ ਕਰਨਾ ਕੀ ਹੈ। ਮੈਂ ਫਾਰਮੇਸੀ ਡਿਪਾਰਟਮੈਂਟ ਤੋਂ ਹਾਂ, ਸਾਡੀ ਫਾਰਮੇਸੀ ਦੀ 100% ਪਲੇਸਮੈਂਟ ਹੁੰਦੀ ਹੈ। ਸਾਡਾ ਮਾਡਲ ਹੁੰਦਾ ਅਸੀਂ ਫੈਕਲਟੀ, ਸਟੂਡੈਂਟ ਤੇ ਐਲੂਮਨਾਈ, ਅਸੀਂ ਨੈਟਵਰਕ ਯੂਜ਼ ਕਰਕੇ ਆਪਾਂ ਕੰਪਨੀ ਨੂੰ ਬੁਲਾਉਂਦੇ ਨੇ ਯੂਨੀਵਰਸਿਟੀ ਦੇ ਵਿੱਚ। ਬਾਕੀ ਡਿਪਾਰਟਮੈਂਟ ਯੂਨੀਵਰਸਿਟੀ ਦੇ 78 ਡਿਪਾਰਟਮੈਂਟ ਨੇ, ਇਹਨਾਂ ਦੇ ਵਿੱਚ ਪਲੇਸਮੈਂਟ ਦਾ ਰਿਕਾਰਡ ਤੁਹਾਨੂੰ ਪਤਾ ਹੀ ਹੈ। ਦੂਜਾ ਮੁੱਦਾ ਸਾਡਾ ਹੈਗਾ, ਹਾਲੀ ਥੋੜੇ ਹਫ਼ਤੇ ਪਹਿਲਾਂ NAC ਦੀ ਟੀਮ ਆਈ ਸੀ, A+++ ਐਕ੍ਰੀਡੇਸ਼ਨ ਸਾਨੂੰ ਮਿਲੀ, ਬਟ ਉਹਨਾਂ ਦਾ ਇੱਕ ਹੀ ਪੁਆਇੰਟ ਸੀਗਾ, ਤੁਹਾਡਾ ਸਕਿੱਲ ਸੈਂਟਰ ਨਹੀਂ ਹੈ ਯੂਨੀਵਰਸਿਟੀ ਦੇ ਵਿੱਚ। ਅਸੀਂ ਕਿ ਸਕਿੱਲ ਬੱਚੇ ਐਜੂਕੇਸ਼ਨ ਲੈ ਕੇ ਜਾ ਰਹੇ ਨੇ ਪਰ ਉਹਨਾਂ ਨੂੰ ਜੌਬ ਨਹੀਂ ਮਿਲ ਰਹੀ। ਉਹ ਜਿਹੜਾ ਸਕਿੱਲ ਗੈਪ ਹੈ ਵਿੱਚ ਦਾ, ਉਹ ਕਿੱਦਾਂ ਪੂਰਾ ਹੋਏਗਾ? ਅਸੀਂ ਕਹਿ ਰਹੇ ਇੰਟਰਾ ਡਿਪਾਰਟਮੈਂਟਲ ਇੰਟਰਨਸ਼ਿਪ, ਆਪਾਂ ਇੱਕ ਆਈਡੀਆ ਹੈ ਸਾਡੇ ਕੋਲ, ਜਿਹੜੇ ਡਿਪਾਰਟਮੈਂਟ ਦੇ ਵਿੱਚ ਬੱਚਿਆਂ ਦੇ ਸਕਿੱਲਸ ਹੈ ਉਹ ਪ੍ਰੈਕਟੀਕਲੀ ਯੂਜ਼ ਕਰਕੇ ਆਪਣਾ ਵੀ ਫਾਇਦਾ ਹੋਣ, ਉਹਨਾਂ ਦੇ ਰਿਜ਼ਿਊਮੇ ਬਣੇ, ਉਹਨਾਂ ਦੇ ਰਿਜ਼ਿਊਮੇ ਦੇ ਐਡੀਸ਼ਨ ਹੋਏ ਤੇ ਬਾਕੀ ਬੱਚਿਆਂ ਨੂੰ ਫਾਇਦਾ ਹੋਏ, ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਫਾਇਦਾ ਹੋਏ। CYSS ਦੇ ਕੈਂਡੀਡੇਟ ਵੀ ਮੌਜੂਦ ਨੇ। ਦਿਵਿਆਂਸ਼,
ਇਹ ਅਸੀਂ ਮੁੱਦਾ ਪੁੱਛਿਆ ਸੀਗਾ, ਇਹ ਤਾਂ ਅਟੈਕ ਵੀ ਕਰਕੇ ਤੁਹਾਡੇ ਤੇ ਆਪਣਾ ਮੁੱਦਾ ਵੀ ਦੱਸ ਗਏ। CVISS ਕਿਉਂਕਿ ਡਿਫੈਂਡਿੰਗ ਚੈਂਪੀਅਨ ਇਸ ਵਾਰ ਇਹ ਕਹਿ ਲਈ ਆਪਾਂ। ਸਭ ਤੋਂ ਪਹਿਲਾਂ ਮੁੱਦਾ ਕੀ ਹੈ ਤੇ ਇਹਨਾਂ ਦੀ ਗੱਲ ਦਾ ਜਵਾਬ ਕਿਵੇਂ ਦੇਣਾ? जी, जो इन्होंने बात करी हॉस्टल्स के मुद्दे की, हॉस्टल्स का फंड लाने का, वो स्टूडेंट वेलफेयर के लिए हमने काम किया है, हम लेके आए हैं हॉस्टल्स ऑन ग्राउंड। तो आई थिंक इनको दिक्कत इस चीज़ से नहीं होनी चाहिए। सेनेट के थ्रू, सिंडिकेट के थ्रू, नोबडी एवर प्रॉमिस दिस। आई थिंक आपको सेलिब्रेट करनी चाहिए ये चीज़ दैट वी गॉट दिस सैंक्शन एंड वी गॉट हॉस्टल्स ऑन ग्राउंड। दूसरी बात रही प्लेसमेंट्स की, तो एकेडमिकली इस बार प्लेसमेंट सेल को जो स्ट्रेंथन करने का फंक्शन है वो हमारा बहुत ज़रूरी है। इनका प्लेसमेंट सेल चलता है, इसके साथ 2 प्लेसमेंट सेल और चलते हैं यूनिवर्सिटी के। यूनिवर्सिटी बिजनेस स्कूल का प्लेसमेंट सेल चलता है और UIT का प्लेसमेंट सेल चलता है। अब वी वांट द प्लेसमेंट सेल ऑफ द साइंसेज टू बी अरेंज्ड अकॉर्डिंग एंड द ह्यूमैनिटीज टू बी अरेंज्ड अकॉर्डिंग टू द लाइंस ऑफ द UBS में जहाँ पे बाकी सारे डिपार्टमेंट्स में प्लेसमेंट सेल कोऑर्डिनेटर्स अपॉइंट होते हैं। साल में 3 या 4 मीटिंग्स अगर होती हैं तो होती हैं, प्लेसमेंट सेल ड्राइव होती है और उसमें वही 3-4 कंपनियां वहां से आ जाती हैं। इन UBS द स्टूडेंट्स टारगेट देयर ओन कंपनीज, दे यूज देयर एलुमनाई नेटवर्क, एज यू सेड एलुमनाई नेटवर्क को इस्तेमाल करते हैं। उनके पास एक ग्राउंडिंग है, एक ट्रेडिशन है इस चीज़ का। वी वांट द प्लेसमेंट सेल्स ऑफ ऑल डिपार्टमेंट्स टू फंक्शन अलोंग दोज लाइन्स। तो प्लेसमेंट सेल अगर हमें पता ही नहीं है कैसे चलाना है। दूसरी बात है स्किल की। तो रही बात स्किल की, आप करिकुलम में स्किल इंक्लूड नहीं कर सकते हो। साइंसेज में स्पेशली जहाँ CBCS के अंडर आता था, अब NEP में है। 80% सिलेबस आपका कमेटी से ड्राफ्ट होके आता है, सिर्फ 20% ऑल्टरेबल होता है यूनिवर्सिटी लेवल पे। तो जो ऑल्टरेबल सिलेबस है उसमें आप मॉडिफिकेशंस कर सकते हैं। जहाँ रही बात स्किल की, तो स्किल लेवल पे आपको स्टूडेंट काउंसिल पे मार्केट को क्या चाहिए और स्टूडेंट को क्या चाहिए उसकी इंटरसेक्शन ढूंढ के अपॉइंट करना पड़ेगा, जो सिर्फ स्टूडेंट्स बता सकते हैं। ਯਾਨੀ ਕਹਿ ਰਹੇ ਨੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸੋਲੂਸ਼ਨ ਵੀ ਦਈਏ। ਸਕਿੱਲ ਦੀ ਗੱਲ ਕਰ ਰਹੇ ਨੇ, ਪਲੇਸਮੈਂਟ ਸੈੱਲ ਦੀ ਗੱਲ ਕਰ ਰਹੇ ਨੇ। ਕੁਲਦੀਪ ਤੁਹਾਡੇ ਤੋਂ ਹੀ ਸ਼ੁਰੂ ਕਰਦੇ ਹਾਂ। ਜਿਸ ਤਰੀਕੇ ਨਾਲ ਗੱਲ ਕਰ ਰਹੇ ਨੇ ਸਕਿੱਲਸ ਦੀ, ਪਲੇਸਮੈਂਟ ਸੈੱਲ ਦੀ, ਸੋਲੂਸ਼ਨ ਵੀ ਦੇ ਰਹੇ ਨੇ, ਕਿਉਂਕਿ ਸਿਰਫ ਮੁੱਦਾ ਨਹੀਂ ਹੋਣਾ ਚਾਹੀਦਾ, ਸੋਲੂਸ਼ਨ ਵੀ ਹੋਣੀ ਚਾਹੀਦੀ ਹੈ। ਤੁਸੀਂ ਕਿਉਂ ਸੋਲੂਸ਼ਨ ਦੋਗੇ ਕਿ ਆਖਿਰਕਾਰ जिस मुद्दे ਤੁਸੀਂ ਚੱਲ ਰਹੇ ਹੋ ਉਹਦਾ ਸੋਲੂਸ਼ਨ ਕੀ ਹੋਣਾ ਚਾਹੀਦਾ? देखो जी, प्लेसमेंट का मुद्दा यूनिवर्सिटी के अंदर बहुत है जी। पिछली बार जब हम हॉस्टल में, गर्ल्स हॉस्टल में कंपेन कर रहे थे तो काफ़ी लड़कियों ने आके बोला भी साइंसेज के अंदर तो प्लेसमेंट है ही नहीं है। साइंसेज के अंदर 1 या 2 प्लेसमेंट है, उसके बाद कोई प्लेसमेंट नहीं है जी। तो प्लेसमेंट का बहुत बड़ा मुद्दा है यूनिवर्सिटी के अंदर। इसको हम आवाज़ भी उठा रहे हैं। अगर यूनिवर्सिटी की मतलब कि स्टूडेंट हमें हमारी पार्टी काउंसिल के अंदर लेकर आती है तो जितने भी डिपार्टमेंट में प्लेसमेंट का मुद्दा है तो हम उसके बढ़ चढ़ के उठाएंगे और कोशिश करेंगे भी ज़्यादा से ज़्यादा बच्चों की प्लेसमेंट हो। ਕੁਲਦੀਪ ਤੁਸੀਂ ਇੱਕ ਬੜੀ ਵਧੀਆ ਚੀਜ਼ ਲਿਖੀ ਹੋਈ, ਵੀ ਨੀਡ ਆ ਚੇਂਜ। ਉਹ ਪੰਜਾਬ 'ਚ ਬਦਲਾਅ ਕਹਿ ਕੇ ਉਹ ਬਦਲਾਅ ਕਹਿ ਰਹੇ ਨੇ ਕਿ ਅਸੀਂ ਲੈ ਆਏ। ਤੁਸੀਂ ਯੂਨੀਵਰਸਿਟੀ 'ਚ ਕਿਵੇਂ ਲੈ ਕੇ ਆਓਗੇ ਬਦਲਾਅ? यूनिवर्सिटी में जी बदलाव मतलब कि हमारी ना जी स्टूडेंट एसोसिएशन है। जैसे कि आपको पता ही होगा DAV कॉलेज में पार्टी अभी के बार हैट्रिक पे है। स्टूडेंट एसोसिएशन होने के नाते कोई पार्टी पॉलिटिकल पार्टी को हरा कर जिनके पास करोड़ करोड़ की फंडिंग होती है और एक स्टूडेंट पार्टी बार बार वहाँ पर जीतती जा रही है। क्या कारण है जिसका? एक ही कारण है, बच्चों का विश्वास जीतते हैं जी। जितने भी वादे मैनिफेस्टो के अंदर डालते हैं 100 में से उसमें से एक आधा फालतू एक्स्ट्रा जरूर काम कर देते हैं, कभी भी कोई काम कम नहीं करते जी। तो जो कॉलेजों का हमारा बेस है वो बहुत अच्छा है जी। यूनिवर्सिटी के अंदर भी हमारी पार्टी जब 2009 के अंदर बनी थी जी, यहाँ पर 2013 के अंदर हमारा जनरल सेक्रेटरी जीते थे जी। तो जितने भी वाटर कूलर लगे थे सभी हमारी पार्टी ने लगाए हैं जी। 2013 से पहले यहाँ पर यूनिवर्सिटी के अंदर कोई वाटर कूलर नहीं था जी। सबसे पहले जितने वाटर कूलर लगे हैं HSA पार्टी ने लगाए हैं जी। ਇਹ ਕਹਿ ਰਹੇ ਨੇ ਵਾਟਰ ਕੂਲਰ ਅਸੀਂ ਲਵਾਏ ਨੇ। ਇਹ ਕਹਿ ਰਹੇ ਨੇ ਕਿ ਪੋਲੀਟੀਕਲ ਪਾਰਟੀਆਂ ਦਾ ਦਬਦਬਾ ਹੋ ਗਿਆ ਸਟੂਡੈਂਟ ਲੀਡਰਸ ਦੇ ਉੱਤੇ, ਉਹ ਕੰਮ ਇਸ ਕਰਕੇ ਹੋ ਰਹੇ ਨੇ। PSL ਕਰਕੇ ਤੇ ਕਹਿੰਦੇ ਚੱਲ ਰਹੀ ਹੈ ਕਿ ਸਟੂਡੈਂਟਸ ਦੇ ਕਹਿੰਦੇ ਚੱਲ ਰਹੀ ਹੈ ਕਿ ਕਿਸੇ ਲੀਡਰ ਦੇ ਕਹਿੰਦੇ ਚੱਲ ਰਹੀ ਹੈ, ਤੇ ਜੇ ਚੱਲ ਰਹੀ ਹੈ ਚੱਲ ਕਿੱਥੇ ਰਹੀ ਹੈ? ਦੇਖੋ PSU ਲਲਕਾਰ ਤੇ ਇੱਕ ਸਟੂਡੈਂਟਸ ਦੀ ਆਰਗੇਨਾਈਜੇਸ਼ਨ ਹੈ। 2015 ਤੋਂ ਇੱਥੇ ਚੱਲ ਰਹੀ ਹੈ ਤੇ ਸਟੂਡੈਂਟਸ ਦੇ ਦਮ ਤੇ ਚੱਲ ਰਹੀ ਹੈ। ਤੇ ਜੋ ਇਹਨਾਂ ਨੇ ਫੰਡਸ ਦੀ ਗੱਲ ਕੀਤੀ ਹੈ, ਹੌਸਟਲ ਦੀ ਗ੍ਰਾਂਟ ਦੀ ਗੱਲ ਕੀਤੀ ਹੈ, ਦੇਖੋ ਇਹ ਕੋਈ ਅਹਿਸਾਨ ਨਹੀਂ ਹੈਗਾ ਕਿ ਜੇ ਅਗਰ ਇੱਥੇ CYSS ਹੈ ਤਾਂ ਹੀ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਉਹ ਇੱਥੇ ਹੌਸਟਲ ਗ੍ਰਾਂਟ ਦੇਗੀ। ਪੰਜਾਬ ਸਰਕਾਰ ਦੀ ਯੂਨੀਵਰਸਿਟੀ ਜ਼ਿੰਮੇਵਾਰੀ ਬਣਦੀ ਹੈ 40% ਗ੍ਰਾਂਟ ਦੀ, ਜਿੱਥੇ ਜੋ ਕੋਈ ਵੀ ਕਿਤੇ ਵੀ ਇਸ ਗੱਲ ਤੇ ਮਤਲਬ ਅੱਜ ਤੱਕ ਇਸ ਯੂਨੀਵਰਸਿਟੀ 'ਚ ਉਹਨਾਂ ਨੇ 40% ਗ੍ਰਾਂਟ ਪੂਰੀ ਨਹੀਂ ਦਿੱਤੀ ਹੈ। ਤੇ ਆ ਜਿਹੜਾ ਇਹਨਾਂ ਨੇ ਐਲਾਨ ਵੀ ਕੀਤਾ ਹੈ ਇਸ ਟਾਈਮ ਸਿਰਫ ਚੋਣਾਂ 'ਚ ਆਪਦਾ ਨਾਮ ਚਮਕਾਉਣ ਵਾਸਤੇ ਐਲਾਨ ਕੀਤਾ ਹੈ। ਤੇ ਦੂਜੀ ਗੱਲ ਜਿਹੜੀ ਪਲੇਸਮੈਂਟਸ ਦੀ ਇੱਥੇ ਚੱਲ ਰਹੀ ਸੀ ਉਹ ਬਿਲਕੁਲ ਸਹੀ ਹੈ। ਇਸ ਯੂਨੀਵਰਸਿਟੀ 'ਚ ਪਲੇਸਮੈਂਟਸ ਘੱਟ ਨੇ ਤੇ ਸਟੂਡੈਂਟਸ ਨੇ ਸਾਨੂੰ ਦੱਸਿਆ ਵੀ ਜਿਹੜੇ UIMS ਡਿਪਾਰਟਮੈਂਟ ਹੈ ਉੱਥੇ ਸਟੂਡੈਂਟਸ ਨੂੰ ਕਿਹਾ ਜਾਂਦਾ ਵੀ ਤੁਸੀਂ ਆਪ ਆਪਦੇ ਕੰਟੈਕਟਸ ਯੂਜ਼ ਕਰਕੇ ਇੱਥੇ ਪਲੇਸਮੈਂਟ ਸੈੱਲ ਨੂੰ ਐਕਟਿਵ ਕਰ ਲਓ। ਮਤਲਬ ਜਿਹੜਾ ਇੱਥੇ ਅਥਾਰਟੀਜ਼ ਜਾਂ ਸਟਾਫ ਦੀ ਕਮੀ ਹੈ ਨਾ, ਉਸ ਕਰਕੇ ਸਾਰੇ ਦਿੱਕਤਾਂ ਨੇ। ਇੱਕ ਯੂਨੀਵਰਸਿਟੀ ਨੂੰ ਐਫੀਸ਼ੀਐਂਟਲੀ ਕੰਮ ਕਰਨ ਵਾਸਤੇ ਇੱਥੇ ਸਭ ਤੋਂ ਪਹਿਲਾਂ ਸਟਾਫ ਹਰ ਤਰੀਕੇ ਦਾ ਨਾਨ ਟੀਚਿੰਗ ਪਲੇਸਮੈਂਟਸ ਵਾਸਤੇ ਸੈੱਲ ਸਭ ਕੁਝ ਐਕਟਿਵ ਹੋਣੇ ਚਾਹੀਦੇ ਹੈ। ਦਵਿੰਦਰ ਤੁਹਾਡੇ ਕੋਲ ਇੱਕ ਵਾਰੀ ਆਉਂਗਾ, ਪਰ ਕਿਉਂਕਿ ਉਹ ਵੀ ਤੁਹਾਡੇ ਤੇ ਅਟੈਕ ਕਰ ਰਹੇ ਨੇ, ਇਹ ਵੀ ਤੁਹਾਡੇ ਤੇ ਅਟੈਕ ਕਰ ਰਹੇ ਨੇ, CYSS ਤੇ ਅਟੈਕ ਕਿਉਂ ਹੋ ਰਿਹਾ? ਇਹਨਾਂ ਨੇ ਤਾਂ ਪਹਿਲੀ ਵਾਰ ਜੀ ਕਰਤਾ ਸੀ।
डिफेंडिंग चैंपियंस हैं जी, we've got to go a few rounds. ਪਰ ਉਹ ਇਹ ਵੀ ਕਹਿ ਰਹੇ ਨੇ ਕਿ 40% ਹਲੇ ਦਿੱਤੇ ਨਹੀਂ ਗਏ, ਉਹ ਕਿਵੇਂ ਹੋਣਗੇ ਪੂਰੇ? जी बजट एलोकेशन की बात करें 23 करोड़ का ओवरऑल एक्स्ट्रा पिछली बार ग्रांट एलोकेशन हुआ है, उसके अलावा इस बार 50 करोड़ ओवर द टॉप आए हैं। रही बात अगर हम फंडिंग की बात कर लें तो यहाँ पे मौजूद नहीं है शायद, पर जो मेजर परसेंटेज मेजर चंक उसका जो है वो सेंटर के थ्रू आता है। सेंटर में किसकी सरकार है, ऑल्दो एबीवीपी डिसोसिएट करती है अपने आप को उनकी सरकार से, तो सेंटर से जो मेजर फंड क्रंच है वो सेंटर की तरफ से चला है, पहले भी आया था। अथॉरिटी सब इनकी रही हैं, वाइस चांसलर साहब पिछली बार बिल्कुल इनके रह के गए हैं, वहाँ से बिल्कुल आवाज़ नहीं आई। एनएसयूआई की बात कर लें, पिछले इतने साल 17 के बाद यहाँ पे फंड क्रंच रहा है, फंड आया नहीं है। हम फंड एलोकेट भी कर रहे हैं और ओवर द टॉप ज़्यादा भी करा रहे हैं। इसके अलावा आई थिंक दैट इज़ अ मैटर ऑफ सेलिब्रेशन कि कोई गवर्नमेंट एजुकेशन और हेल्थ केयर पर इतना स्ट्रेस करके इसको प्रायोरिटी इशू ਕਰੋਗੇ ਸੈਲੀਬ੍ਰੇਟ? ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੇ ਫੰਡਸ ਦੀ ਗੱਲ ਕਰ ਰਹੇ ਨੇ, ਇਹ ਕਹਿੰਦੇ ਜੀ ਫੰਡਸ ਐਲੋਕੇਟ ਕਰਾਏ। ਮੈਂ ਗੱਲ ਕਰਦਾ ਪਿਛਲੇ ਕਾਉਂਸਲ ਨੂੰ 88 ਲੱਖ ਅਲੋਟ ਹੋਈ ਸੀ ਸਟੂਡੈਂਟ ਕਾਉਂਸਲ ਨੂੰ। ਇਹਨਾਂ ਦੇ ਪ੍ਰੈਜ਼ੀਡੈਂਟ ਆਯੁਸ਼ ਖਟਕਰ ਲੋਹੜੀ ਸੈਲੀਬ੍ਰੇਸ਼ਨ ਦਾ 4.5 ਲੱਖ ਦਾ ਬਿੱਲ ਆ ਕੇ ਰੱਖ ਦਿੰਦੇ ਨੇ ਤੇ ਸਿਰਫ ਇੱਕ ਡੀਜੇ ਲਾਉਂਦੇ ਨੇ। ਤੁਸੀਂ ਦੱਸੋ ਕਿਹੜਾ 4.5 ਲੱਖ ਦਾ ਡੀਜੇ ਆਂਦਾ ਹੈ ਇੰਡੀਆ 'ਚ? ਆਂਦਾ ਕੋਈ? ਤੇ 4.5 ਲੱਖ ਦਾ ਬਿੱਲ ਕਿੱਦਾਂ ਬਣ ਗਿਆ? ਮਿਸਯੂਜ਼ ਹੈ ਜਿਹੜਾ ਫੰਡ ਹੈ, ਕਰਪਸ਼ਨ ਕਰਕੇ ਆਪਣੀ ਜੇਬਾਂ 'ਚ ਪਾ ਰਹੇ ਨੇ। ਤੇ ਜਿਹੜਾ ਫੰਡ ਕਰੰਚ ਜਿਹੜਾ ਬਾਹਰ ਦਾ ਐਲੋਕੇਸ਼ਨ ਦਾ ਛੱਡੋ, ਇਹ ਜਿਹੜਾ ਇਹਨਾਂ ਨੂੰ ਹੋਇਆ ਉਹਨਾਂ ਦਾ ਹੀ ਯੂਜ਼ ਨਹੀਂ ਚੰਗੀ ਤਰ੍ਹਾਂ ਕਰ ਪਾ ਰਹੇ। 4 ਦੇ 4 ਕਾਉਂਸਲ ਵਾਲੇ ਸਾਰਿਆਂ ਨੇ ਆਪਸ 'ਚ ਵੰਡ ਲਏ, ਫੈਸਟ ਕਰਾਤੇ ਤੇ ਆਪਣੇ ਵੀਵੀਆਈਪੀ ਸਿਸਟਮ ਕਰਕੇ ਸਾਰੇ ਆਪਣੇ ਬੰਦਿਆਂ ਨੂੰ ਬਿਠਾ ਕੇ ਮੰਤਰੀਆਂ ਨੂੰ ਬੁਲਾ ਕੇ ਚੀਫ ਗੈਸਟ ਜਿਹੜੇ ਆਮ ਸਟੂਡੈਂਟ ਨੇ ਉਹਨਾਂ ਨੂੰ ਤਾਂ ਐਂਟਰੀ ਤੱਕ ਨਹੀਂ ਮਿਲੀ। ਤੇ ਉਹ ਕੀ ਗੱਲ ਕਰਨਗੇ ਸਟੂਡੈਂਟ ਵੈਲਫੇਅਰ ਜੀ? ਇਹਦਾ ਆਪਣੀ ਪਾਰਟੀ ਦੀ ਆਈਡੀਓਲੋਜੀ ਇਹਨਾਂ ਨੇ ਪੁਸ਼ ਕਰਨੀ ਹੈ, ਵੋਟ ਬੈਂਕ ਵਾਲਾ ਕੰਮ ਕਰ ਰਹੇ ਨੇ। ਯੂਨੀਵਰਸਿਟੀ ਦੇ ਵਿੱਚ ਆਪਾਂ ਸਾਰੇ ਵੱਖ-ਵੱਖ ਥਾਵਾਂ ਤੋਂ ਆਏ ਨੇ, ਡਿਫਰੈਂਟ ਕਾਸਟ ਰਿਲੀਜਨ ਆਏ ਨੇ, ਆਪਾਂ ਸਟੇਟਸ ਤੋਂ ਆਏ ਨੇ। ਇੱਥੇ ਆ ਕੇ ਵੀ ਜੇ ਇਹੀ ਗੱਲ ਹੁੰਦੀ ਹੈ ਕਿ ਜੀ ਹਰਿਆਣਾ ਭਾਈ ਤੁਸੀਂ ਪੰਜਾਬੀ ਸਾਡੇ, ਅਸੀਂ ਹਿਮਾਚਲੀ, ਜੇ ਇੱਥੇ ਜਾ ਕੇ ਵੀ ਡਿਵਾਈਸਿਵ ਪੋਲਿਟਿਕਸ ਹੋਣੀ ਹੈ ਤੇ ਸਟੂਡੈਂਟ ਪੋਲਿਟਿਕਸ ਦਾ ਕੀ ਕੰਮ ਹੈ? ਕਿੱਥੇ ਪ੍ਰੋਗਰੈਸਿਵ ਪੋਲਿਟਿਕਸ ਹੋਵੇਗੀ? ਮੈਂ ਇਹੀ ਪੁੱਛਣਾ ਚਾਹੁੰਦਾ, ਕਿਉਂ ਡਿਵਾਈਡ ਕਰਦੇ ਨੇ? ਇੱਕ ਮੈਂ ਸਵਾਲ ਕੁਲਦੀਪ ਤੋਂ ਪੁੱਛੂੰਗਾ ਸਭ ਤੋਂ ਪਹਿਲਾਂ। ਕੁਲਦੀਪ, ਜਿਵੇਂ ABVP ਕਹਿ ਰਹੀ ਹੈ ਕਿ ਅਸੀਂ ਹਿਸਟੋਰੀਕਲ ਸਟੇਟਸ ਦੇਵਾਂਗੇ ਯੂਨੀਵਰਸਿਟੀ ਨੂੰ ਤਾਂ ਕਿ ਯੂਨੀਵਰਸਿਟੀ ਜਿਹੜੀ ਹੈ ਉਹਨੂੰ ਹੋਰ ਫੰਡ ਮਿਲੇ, ਫੀ ਜਿਹੜੀ ਆ ਉਹ ਹਾਈਕ ਨਾ ਹੋਏ, ਇਹ ਮੁੱਦਾ ਰੱਖਣ ਦੀ ਕੋਸ਼ਿਸ਼ ਕਰਨੇ ਕਿ ਯੂਨੀਕ ਕਨਸੈਪਟ ਲੈ ਕੇ ਆ ਰਹੇ ਨੇ। CBISS ਆਪਣੇ ਤਰੀਕੇ ਤੇ ਲੈ ਕੇ ਆ ਰਹੀ ਹੈ ਕਿ ਜਿਹੜਾ IAS IPS ਦੀ ਜਿਹੜੀ ਟ੍ਰੇਨਿੰਗ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਮੁਫਤ 'ਚ ਹੋ ਸਕੇ। ਜੇ HSC ਦੀ ਗੱਲ ਕਰੀਏ, HSA ਕੀ ਇਹੋ ਜਿਹੀ ਚੀਜ਼ ਲੈ ਕੇ ਆ ਰਹੀ ਹੈ ਜਿਹੜੀ ਸਟੂਡੈਂट्स ਨੂੰ ਅਟਰੈਕਟ ਕਰੇਗੀ? सबसे पहले तो जी हमारे अगर मुद्दों की बात करने लग जाएं जी तो यहाँ पर शाम हो जाएगी। पर जो हमारे मेन मुद्दे हैं तो एक तो है, हमने अपना मैनिफेस्टो 3-4 स्टेप्स में बांट दिया जी। एजुकेशन, स्पोर्ट्स, हॉस्टल्स के रिगार्डिंग, फैकल्टी के रिगार्डिंग और जो भी मेजर प्रॉब्लम है स्टूडेंट की वो। पर जो हमारा मेन इशू है वो यही है कि यूनिवर्सिटी के अंदर जैसे हमारा साउथ कैंपस है जी, साउथ कैंपस के अंदर मैं खुद जाता हूँ जी कैंटीन के अंदर। कैंटीन के अंदर जब 1 से 2 तक उनका ब्रेक होता है जी, कैंटीन के अंदर बैठने को भी जगह नहीं होती। लड़कियां और लड़के बच्चे सभी बाहर धूप के अंदर बैठ के खाना खाते हैं जी, कोई भी चीज़ धूप के अंदर खाते हैं। तो हमारा एक ही मेजर ऐसे होगा इशू, मतलब कि अगर हम काउंसिल के अंदर आते हैं तो जैसे नॉर्थ कैंपस के अंदर हमारे इधर स्टूसी है, तो हम साउथ कैंपस के अंदर भी ऐसी एक टूरिज्म प्लेस और जिसके अंदर सभी दुकानें हो, खाने पीने का सभी ऐसा बनवाएंगे। और वहाँ पर स्टेशनरी की बहुत कमी है जी, स्टेशनरी की दुकानों की बहुत कमी है। पिछली बार हम जब यहाँ वहाँ पर काउंसलिंग करवा रहे थे, सभी पेरेंट्स सभी बच्चे हम उनको अपने आप छोड़ के आए हैं। 8 नंबर हॉस्टल 1 किलोमीटर का रास्ता, सभी बच्चे पैदल जा रहे हैं इतनी दूर। कोई पास में डिपार्टमेंट के पास में कोई स्टेशनरी भी नहीं है, वो तो एक छोटा सा इंस्टीट्यूट है जी, वो तो बन भी सकता है, उसमें तो कोई ज़्यादा कुछ खर्चा भी नहीं आता जी। तो हमारा साउथ कैंपस में रहेगा जी, वहाँ पर ऐसे जैसे यहाँ पर स्टूसी है तो वहाँ पर भी एक टूरिज्म ऐसी जगह बनाई जाए जहाँ पर खाने का भी और बच्चे वहाँ पर बैठ के आराम से रेस्ट कर सके। ਮਿੰਨੀ ਸਟੂਸੀ ਵੀ ਜਿਹੜਾ ਬਣਾਇਆ ਜਾਏ ਸਾਊਥ ਕੈਂਪਸ 'ਚ, ਤੁਸੀਂ ਕੀ ਕਹੋਗੇ ਜੇ ਤੁਸੀਂ ਜਿੱਤਦੇ ਹੋ? ਇਹੋ ਜਿਹੀ ਕੀ ਚੀਜ਼ ਦਵੋਗੇ ਜਿਹੜੀ ਸਟੂਡੈਂਟਸ ਨੂੰ ਸਭ ਤੋਂ ਅਟਰੈਕਟ ਕਰੇਗੀ ਕਿ ਇਹ ਚੀਜ਼ ਕਿਸੇ ਹੋਰ ਨੇ ਨਹੀਂ ਦਿੱਤੀ, ਇਹ PSU ਲਲਕਾਰ ਨੇ ਦਿੱਤੀ? ਦੇਖੋ, ਪਹਿਲਾਂ ਤਾਂ ਮੈਂ ਗੱਲ ਸ਼ੁਰੂ ਕਰਾਂਗੀ ਉਹਨਾਂ ਦੀ ਗੱਲ ਤੋਂ। ਅਸੀਂ CBISS ਨੇ ਕਿਹਾ ਵੀ ਇਹ ਸਰਕਾਰ ਜਿਹੜੀ ਹੈ ਉਹ ਹੈਲਥ ਤੇ ਐਜੂਕੇਸ਼ਨ ਤੇ ਸਟ੍ਰੈਸ ਦਿੰਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਦੀ ਸਭ ਤੋਂ ਜਿਹੜੀ ਜ਼ਰੂਰੀ ਯੂਨੀਵਰਸਿਟੀ ਹੈ, ਉਹ ਇੰਨੇ ਟਾਈਮ ਤੋਂ ਕਰਜ਼ੇ ਤੇ ਡੁੱਬੀ ਹੋਈ ਸੀ ਤੇ ਸਰਕਾਰ ਚਾਹੁਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਸਿੱਖਿਆ ਨੂੰ ਕਰਜ਼ਾ ਹੀ ਨਹੀਂ ਹੋਣ ਦੇਵਾਂਗੇ। ਫਿਰ ਵੀ ਉਹਨਾਂ ਨੂੰ ਜਿਹੜਾ ਕਰਜ਼ਾ ਉੱਥੇ ਮਾਫ ਨਹੀਂ ਕੀਤਾ ਗਿਆ, ਨਾ ਹੀ ਫੰਡ ਦਿੱਤੇ ਗਏ। ਤੇ ਉੱਥੇ PSU ਲਲਕਾਰ ਨੇ ਜਦੋਂ ਮੁਲਾਜ਼ਮਾਂ ਨਾਲ ਤੇ ਟੀਚਰਾਂ ਨਾਲ ਮਿਲ ਕੇ ਉੱਥੇ ਸਟੂਡੈਂਟਸ ਨੇ ਧਰਨਾ ਲਾਇਆ ਤਾਂ ਉੱਥੇ ਸਿਰਫ 50 ਕਰੋੜ ਨਹੀਂ 360 ਕਰੋੜ ਰੁਪਇਆ ਫੰਡ ਆਇਆ। ਤੇ ਐਵੇਂ ਹੀ ਅਸੀਂ ਵੀ
ਫੰਡਸ ਲੈ ਕੇ ਆਵਾਂਗੇ ਸਟੂਡੈਂਟ ਦੇ ਸਿਰ ਤੇ ਲੈ ਕੇ ਆਵਾਂਗੇ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕੀ ਦੇਗੀ, PSU ਲਲਕਾਰ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਹੈ ਜੋ ਇਸ ਯੂਨੀਵਰਸਿਟੀ ਨੂੰ ਦੁਬਾਰਾ ਸਟੂਡੈਂਟਸ ਦੀ ਯੂਨੀਵਰਸਿਟੀ ਬਣਾਏਗੀ। ਇੱਥੇ ਜਿਹੜਾ VIP ਕਲਚਰ ਚੱਲਦਾ ਹੈ, ਇਲੈਕਸ਼ਨ ਦੇ ਟਾਈਮ ਤੇ ਕਿਹਾ ਜਾਂਦਾ ਤੁਸੀਂ ਕੋਈ ਕੰਮ ਕਰਾਣਾ ਹੈ ਪਾਰਟੀ ਵਾਲੇ ਭਈਆ ਦੀਦੀ ਨੂੰ ਫੜੋ, ਸਿਵਾਏ ਕੋਈ ਵੀ ਸਟicker ਵਾਲੇ ਨੂੰ ਫੜੋ, ਉਹ ਤੁਹਾਡੇ ਹੌਸਟਲ ਕਲੀਅਰ ਕਰਾਣਗੇ, ਤੁਹਾਡੇ ਤੇ ਅਹਿਸਾਨ ਕਰਨਗੇ, ਫਿਰ ਤੁਹਾਡੇ ਤੋਂ ਵੋਟ ਮੰਗਣਗੇ। ਮਤਲਬ ਜੋ ਮਿਨੀ ਸਟੂਸੀ ਬਣਾਣਾ ਜਾਂ ਵਾਟਰ ਕੂਲਰਸ ਦੀ ਦਿੱਕਤ, ਆ ਸਾਰੀਆਂ ਚੀਜ਼ਾਂ ਮਤਲਬ ਬਹੁਤ ਹੀ ਮੇਨਟੇਨੈਂਸ ਇਸ਼ੂਜ਼ ਨੇ ਤੇ ਇਹ ਸਟੂਡੈਂਟਸ ਦੇ ਕਹਿਣ ਤੇ ਹੋ ਜਾਣੇ ਚਾਹੀਦੇ। ਇੰਨੇ ਵਾਸਤੇ ਆਪਾਂ ਨੂੰ ਕੋਈ ਮਿਡਲਮੈਨ ਦੀ ਜ਼ਰੂਰਤ ਨਹੀਂ ਹੈਗੀ। ਇਹਦੇ ਵਾਸਤੇ ਲੋੜ ਹੈ ਕਿ ਇੱਥੇ ਜੋ ਫੰਡਸ ਆ ਰਹੇ ਸਭ ਕੁਝ ਆ ਰਿਹਾ ਉਹਦੀ ਯੂਟਿਲਾਈਜੇਸ਼ਨ ਚੰਗੀ ਤਰ੍ਹਾਂ ਹੋਏ ਤੇ ਟਰਾਂਸਪੇਰੈਂਟ ਤਰੀਕੇ ਨਾਲ ਹੋਏ। ਪਿਛਲਾ VC ਵੀ ਇੱਥੇ ਕਰਪਸ਼ਨ ਦੇ ਚਾਰजेस ਰਿਜ਼ਾਈਨ ਦੇ ਕੇ ਗਿਆ ਤੇ ਇੱਥੇ ਜਿਹੜੀਆਂ ਧਾਂਦਲੀਆਂ ਹੋ ਰਹੀਆਂ ਉਹ ਬੰਦ ਹੋਣ ਤੇ ਐਫੀਸ਼ੀਐਂਟ ਤਰੀਕੇ ਨਾਲ ਜਿਹੜੀਆਂ ਅਥਾਰਟੀਆਂ ਨੇ, ਸਟਾਫ ਨੇ, ਉਹ ਸਟੂਡੈਂਟਸ ਵਾਸਤੇ ਕੰਮ ਕਰਨ ਤੇ ਇੱਥੇ ਇੱਕ ਪ੍ਰੋ ਸਟੂਡੈਂਟ ਕਲਚਰ ਬਣੇ। ਤੁਸੀਂ ਕੀ ਕਹੋਗੇ ਜੀ? ਪੁੱਸੂ ਦੀ ਗੱਲ ਕਰੀਏ, ਪੁੱਸੂ ਆਪਣੀ ਵੀ ਲੜਾਈ ਲੜ ਰਹੀ ਹੈ ਪਰ ਨਾਲ ਦੇ ਨਾਲ ਸਟੂਡੈਂਟਸ ਦੀ ਲੜਾਈ ਲੜ ਰਹੀ ਹੈ। ਇਹ ਦੋਵੇਂ ਲੜਾਈਆਂ ਕਿਵੇਂ ਲੜੋਗੇ? ਸਰ 1977 ਤੋਂ 46 ਸਾਲ ਹੋ ਗਏ ਨੇ ਪੂਸੂ ਨੂੰ। ਮੈਕਸਿਮਮ ਟਾਈਮ ਅਸੀਂ ਰਿਪਰੈਜ਼ੈਂਟ ਕੀਤਾ। ਪੂਸੂ ਤਾਂ ਸਰ ਮੈਂ ਕਹਾਂਗਾ ਇੱਕ ਨਰਸਰੀ ਹੈ ਸਟੂਡੈਂਟ ਪੋਲਿਟਿਕਸ ਦੀ। ਸਾਰੇ ਪੂਸੂ ਤੋਂ ਹੀ ਬੰਦੇ ਨਿਕਲ ਕੇ ਬਾਕੀ ਪਾਰਟੀਆਂ 'ਚ ਜਾਂਦੇ ਨੇ। ਇੱਥੇ ਬਾਈ ਖੜੇ ਨੇ ਸਾਰੇ, ਤੁਸੀਂ ਮੰਨ ਸਕਦੇ ਹੋ ਪੂਸੂ ਤੋਂ ਹੀ ਨਿਕਲ ਕੇ ਬਾਕੀ ਪਾਰਟੀਆਂ 'ਚ ਜਾ ਰਹੇ ਨੇ। ਆਪਾਂ ਤਾਂ ਮੰਨਦੇ ਨਰਸਰੀ ਸਕੂਲ ਹੈ, ਇੱਥੇ ਨਰਚਰ ਕਰਨਾ ਤਾਂ ਇਹ ਜਾ ਕਿਉਂ ਰਹੇ ਨੇ? ਕਰਦਾ ਇਹ ਉਹੀ ਤਾਂ ਮੈਂ ਕਹਿ ਰਿਹਾ। ਹੁਣ ਜਿਹੜਾ ਬਾਹਰ ਵਾਲੀ ਪਾਰਟੀਆਂ, ਪੋਲੀਟੀਕਲ ਪਾਰਟੀਆਂ ਜਿਹੜਾ ਇਨਫਲੂਐਂਸ ਕਰ ਰਹੀਆਂ ਨੇ, ਤੁਹਾਨੂੰ ਵੀ ਪਤਾ ਹੈ ਪੈਸੇ ਦਾ ਇਨਫਲੂਐਂਸ ਕਰ ਰਹੇ ਨੇ, ਬਾਹਰ ਇਲੈਕਸ਼ਨਾਂ ਦੀ ਟਿਕਟਾਂ ਦਾ ਇਨਫਲੂਐਂਸ ਕਰ ਰਹੇ ਨੇ। ਇਹੀ ਇਨਫਲੂਐਂਸ ਕਰਕੇ ਤਾਂ ਲੈ ਕੇ ਜਾ ਰਹੇ ਨੇ ਬੱਚੇ। ਤੇ ਤੁਸੀਂ ਮੰਨੋ ਅੱਜ ਯੂਨੀਵਰਸਿਟੀ 'ਚ ਇਹ ਮਾਹੌਲ ਹੋ ਗਿਆ ਹੈ। ਅੱਜ ਖਬਰ ਆਂਦੀ ਹੈ ਸਵੇਰੇ ਇੱਕ ਬੰਦਾ ਇੱਕ ਪਾਰਟੀ ਤੋਂ ਚੱਲ ਕੇ ਦੂਜੀ ਪਾਰਟੀ 'ਚ ਚੱਲ ਜਾਂਦਾ ਹੈ, ਸ਼ਾਮ ਨੂੰ ਆਂਦੇ ਉਹੀ ਪਾਰਟੀ 'ਚੋਂ ਫਿਰ ਤੀਜੀ ਪਾਰਟੀ 'ਚ ਚੱਲ ਜਾਂਦਾ ਹੈ। ਇਹੀ ਸ਼ਫਲਿੰਗ ਹੋ ਰਹੀ ਹੈ ਤੇ ਗੱਲ ਹੋ ਰਹੀ ਹੈ ਪਾਰਟੀਆਂ ਦੀ। ਕਿਤੇ ਕੋਈ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸ਼ਫਲਿੰਗ ਹੋਈ ਹੈ ਇਹੋ ਜੀ, ਕੋਈ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਗਿਆ? ਸਰ ਮੈਂ ਦੱਸਦਾ, ਮੇਰੇ ਤੋਂ ਪਹਿਲਾਂ ਸਾਡੀ ਪਾਰਟੀ 'ਚ ਰਾਜਕਰਨ ਬੈਦਵਾਨ ਜੀ ਸੀਗੇ। NSA 'ਚ ਉਹ ਪਹਿਲਾਂ ਸੀਗੇ ਪਾਰਟੀ 'ਚ, ਨੋ ਡਾਊਟ ਉਹਨਾਂ ਨੇ ਕੰਮ ਕੀਤਾ ਯੂਨੀਵਰਸਿਟੀ 'ਚ 7 ਸਾਲ ਤੋਂ ਕੰਮ ਕਰ ਰਹੇ ਸੀਗੇ। NSA ਪਾਰਟੀ ਦੇ ਵਿੱਚ ਇੰਨੀ ਇੰਟਰਨਲ ਪੋਲਿਟਿਕਸ ਹੈ, ਉਹਨਾਂ ਨੂੰ ਇਹ ਡਿਜ਼ਰਵਿੰਗ ਕੈਂਡੀਡੇਟ ਨੂੰ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਉਹਨਾਂ ਨੇ ਤੰਗ ਆ ਕੇ ਉਹ ਛੱਡ ਕੇ ਇੱਕ ਨਾਨ ਪੋਲੀਟੀਕਲ ਪੂਸੂ ਦੇ ਨਾਲ ਆਏ। ਅਸੀਂ ਕਿਹਾ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ, ਟਾਈਮ ਤੋਂ ਅਬਜ਼ਰਵ ਕਰ ਰਹੇ ਹਾਂ, ਉਹਨਾਂ ਨੇ ਕੰਮ ਕਰਿਆ ਤਾਂ ਆਪਾਂ ਨੇ ਐਜ਼ ਅ ਜੈਨੂਇਨ ਸਟੂਡੈਂਟ ਉਹਨਾਂ ਨੂੰ ਮੌਕਾ ਦਿੱਤਾ ਕਿ ਹਾਂਜੀ ਤੁਸੀਂ ਆਓ, ਅਸੀਂ ਕੰਮ ਕਰ ਰਹੇ ਹਾਂ, ਤੁਸੀਂ ਵੀ ਕੰਮ ਕਰੋ, ਲੈਟਸ ਸੀ ਆਪਾਂ ਇੱਕ ਜੈਨੂਇਨ ਸਟੂਡੈਂਟ ਨੂੰ ਆਪਾਂ ਮੌਕਾ ਦੇਈਏ ਪ੍ਰੈਜ਼ੀਡੈਂਟ ਵਾਸਤੇ। ਤੇ ਤੁਸੀਂ ਮੰਨੋਗੇ ਨਹੀਂ 12 ਵਜੇ ਲਿਸਟ ਲੱਗਦੀ ਹੈ ਐਲੀਜੀਬਲ ਕੈਂਡੀਡੇਟਸ ਦੀ, 1:30 ਵਜੇ ਤੱਕ ਲਿਸਟ ਆਂਦੀ ਹੈ, ਸਾਡੇ ਰਾਜਕਰਨ ਨੂੰ ਬੈਦਵਾਨ ਨੂੰ ਐਲੀਜੀਬਲ ਕਰ ਦਿੰਦੇ ਆ ਤੇ ਸ਼ਾਮ ਨੂੰ 6:30 ਵਜੇ ਫੋਨ ਆਂਦਾ ਜੀ ਤੁਹਾਡੀ ਕੈਂਡੀਡੇਸੀ ਕੈਨਸਲ ਕਰ ਦਿਓ। ਜਾਣਕਾਰੀ ਵੀ ਮਿਲਦੀ ਹੈ ਕਿ NSA ਤੋਂ ਰਾਜਕਰਨ ਬੈਦਵਾਨ ਗਏ ਤਾਂ ਉਹਨੀ ਥਾਂ ਤੇ ਕੋਈ ਹੋਰ ਆ ਗਿਆ ਤੇ ਪ੍ਰੈਜ਼ੀਡੈਂਟ ਕੈਂਡੀਡੇਟ ਬਣ ਗਿਆ। ਉਹ ਕੌਣ ਹੈ? ਉਸ ਬਾਰੇ ਵੀ ਜਾਣਕਾਰੀ? ਸਰ ਪਤਾ ਨਹੀਂ ਕਿਹੜੇ ਬੰਦੇ ਚੱਕ ਕੇ ਲਿਆਂਦੇ ਬਾਹਰੋਂ, ਅਸੀਂ ਤਾਂ ਕਦੀ ਦੇਖੇ ਨਹੀਂ ਯੂਨੀਵਰਸਿਟੀ ਦੇ ਵਿੱਚ। ਕਿਸੇ ਹੋਰ ਨੇ ਦੇਖਿਆ ਤਾਂ ਦੱਸ ਦੇਣ। ਮੈਂ ਤਾਂ 2019 ਚ ਯੂਨੀਵਰਸਿਟੀ 'ਚ ਹੈਗਾ, 4 ਸਾਲ ਮੈਂ B ਫਾਰਮੇਸੀ ਕੀਤੀ, ਹੁਣ ਮੈਂ ਮਾਸਟਰਸ ਕਰ ਰਿਹਾ। ਮੈਂ 1 ਸਾਲ ਜਰਨਲਿਜ਼ਮ ਵੀ ਕੀਤਾ ਸਰ PU ਪਲਸ ਦੇ ਵਿੱਚ। ਤੇ ਮੈਂ ਤਾਂ ਦੋਨੋਂ ਸਾਈਡ ਤੋਂ ਦੇਖਿਆ, ਐਜ਼ ਅ ਸਟੂਡੈਂਟ ਵੀ ਦੇਖਿਆ, ਐਜ਼ ਅ ਦੂਜੇ ਐਂਗਲ ਤੋਂ ਵੀ ਦੇਖਿਆ। ਤੇ ਯੂਨੀਵਰਸਿਟੀ ਦੇ ਵਿੱਚ ਮੈਂ ਪੋਲਿਟਿਕਸ ਦੇਖ ਚੁੱਕਿਆ। ਸਾਰੇ ਬੰਦੇ ਆਪਣਾ ਫੇਵਰ ਦੇਖਣ ਨੂੰ ਫਿਰ ਰਹੇ ਨੇ, ਪੋਲਿਟਿਕਸ ਵਾਲੇ। ਸਭ ਨੂੰ ਬਾਹਰ ਦੀ ਇਲੈਕਸ਼ਨ ਦੀ ਸੀਟਾਂ ਚਾਹੀਦੀਆਂ ਨੇ। ਇੱਥੇ ਸਟੂਡੈਂਟ ਬਾਰੇ ਕੋਈ ਨਹੀਂ ਸੋਚ ਰਿਹਾ, ਕੋਈ ਇਹਨਾਂ ਦੇ ਮੁੱਦੇ ਨਹੀਂ ਹੈ। ਇਹਨਾਂ ਨੇ ਆਣਾ ਹੈ ਆਪਣੇ ਬਾਹਰ ਦੇ ਬੰਦੇ ਲੈ ਕੇ, ਗੱਡੀਆਂ ਆ ਕੇ ਆਪਣੀ ਫੇਕ ਪਰਸੈਪਸ਼ਨ ਦਿਖਾਣੀ ਕਿ ਸਾਡੀ ਪਾਰਟੀ ਨੂੰ ਸਪੋਰਟ ਹੈਗੀ ਹੈ, ਬਲਕਿ ਗਰਾਊਂਡ ਰਿਐਲਿਟੀ ਤੇ ਸਾਰਿਆਂ ਨੂੰ ਪਤਾ ਇਹਨਾਂ ਦੇ ਕੋਲ ਕੀ ਆ ਦੇਣ ਨੂੰ। ਕੁਝ ਦੋ ਸਵਾਲ ਨੇ। ਸਭ ਤੋਂ ਵੱਡੀ ਗੱਲ ਇਹ ਕਹਿ ਰਹੇ ਨੇ ਕਿ ਮੈਂ ਸਟੂਡੈਂਟ ਰਿਹਾ ਇੱਥੇ, ਮੈਂ ਇੱਥੇ ਪੜ੍ਹਦਾ ਰਿਹਾ, ਮੈਂ ਇੱਥੇ ਰਿਹਾ। ਕਈ ਇਹੋ ਜਿਹੇ ਕੈਂਡੀਡੇਟ ਨੇ ਜਿਹੜੇ ਕਿ ਦਿਖਦੇ ਵੀ ਨਹੀਂ ਕਦੇ, ਜਿਹੜੇ ਬਾਕੀ ਕੈਂਡੀਡੇਟ ਨੇ ਤੁਸੀਂ ਮਿਲੇ ਉਹਨਾਂ ਤੋਂ ਕਦੇ ਪਹਿਲਾਂ? जी मैं कभी नहीं मिला हूँ किसी से भी। मैं 2016 से यूनिवर्सिटी में हूँ, तो काफ़ी 8-9 साल का वक्त हुआ है। 2016 से लेके आज तक बाकी मैंने किसी भी कैंडिडेट को ऑन ग्राउंड स्टूडेंट वेलफेयर का काम करते नहीं देखा है। जतिन जी को मैंने देखा है काम करते हुए, पर ABVP में काम करते देखा है। ਹੁਣ ਕਿਹੜੀ ਪਾਰਟੀ ਚ ਚਲੇ ਗਏ? ਹੁਣ NSUI ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ। ਅੱਛਾ, ਇਹ ਫੇਰ ਬਦਲ ਇੱਕਦਮ ਤੋਂ ਹੋ ਗਿਆ? 2 दिन पहले। ਲੱਗ ਰਿਹਾ ਇਹ ਫਾਇਦਾ ਹੋਏਗਾ ਤੁਹਾਨੂੰ ਕਿ ਨੁਕਸਾਨ ਹੋਏਗਾ? ਕਿ ਕਿਉਂਕਿ ABVP ਚ ਸੀਗੇ, ABVP ਚ ਵੀ ਕੁਝ ਲੋਕ ਜਿਹੜੇ ਉਹ NSUI ਚ ਜੁਆਇਨ ਕਰ ਗਏ। ਹੁਣ ਇਹ ਜਾਣਕਾਰੀ ਮਿਲ ਰਹੀ ਕਿ NSUI ਚ ਜਿਹੜੇ ਗਰੁੱਪ ਸੀਗੇ ਉਹ ਇਕੱਠੇ ਹੋ ਕੇ ਜਤਿਨ ਨੂੰ ਅੱਗੇ ਕਰ ਰਹੇ ਨੇ। ਲੱਗ ਰਿਹਾ ਹੈ ਕਿ ਟੱਕਰ ਹੋ ਸਕਦੀ ਹੈ? जी टक्कर हमारी सिर्फ इस बार खुद से है। पिछला रिकॉर्ड जो हमारा है वही मार्जिन बीट करना है। ऐसी कोई खास टक्कर ना हमें NSUI से है, ना ABVP से है, ना अदर पार्टी से है। ਬਿਲਕੁਲ ਤੁਹਾਨੂੰ ਦੱਸ ਦਈਏ ABVP ਵੀ ਇੱਥੇ ਪਹੁੰਚ ਚੁੱਕੀ ਹੈ, ਯਾਨੀ ਸਟੂਡੈਂਟਸ ਪਾਰਟੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਸੀ। ਹੁਣ ABVP ਆ ਚੁੱਕੀ ਹੈ। ABVP ਤੋਂ ਹੀ ਸਵਾਲ ਕਰ ਲੈਣੇ। ਸਭ ਤੋਂ ਪਹਿਲਾਂ ਬਹੁਤ ਤੁਹਾਨੂੰ ਵੈਲਕਮ। ਸਭ ਤੋਂ ਪਹਿਲਾਂ ਤਿਆਰੀ ਕੀ ਰਹੇਗੀ? ਕਿਉਂਕਿ ਇਹ ਸਾਰੇ ਆਪਣੀ ਗੱਲ ਰੱਖ ਚੁੱਕੇ ਨੇ, PSU ਲਲਕਾਰ, HSA, CVSS ਰੱਖ ਚੁੱਕੀ ਹੈ, ਸਾਰੇ ਰੱਖ ਚੁੱਕੇ ਨੇ। ਸਭ ਤੋਂ ਪਹਿਲਾਂ ਚੋਣ ਕਿਸ ਮੁੱਦੇ ਤੇ ਲੜੋਗੇ?
हमारा जो कैंपस में जो मैनिफेस्टो है सर हमने वो रिलीज कर दिया है। जो पंजाब यूनिवर्सिटी में पिछले 10 साल से अलग अलग पार्टी जीती है लेकिन मुद्दे सेम रहे हैं। जैसे कि हम स्टूडेंट सेंटर पे खड़े हैं, यहाँ पे सेंटर प्लेसमेंट सेल है, वो पिछले कई सालों से बंद पड़ा हुआ है, वो नहीं शुरू हुआ। जो साउथ कैंपस है वहाँ पे शटल बस की वो शुरुआत है, वो नहीं हुई सर। पिछले 10 साल से कैंपस के अंदर ना तो वैकेंसीज आई है, ना सिक्योरिटीज की वैकेंसीज आई है सर, और ना सर प्रोफेसर की वैकेंसी आई है। जो सर बेसिक स्टूडेंट्स के इश्यूज है ना सर, वो भी रिजोल्व नहीं हो पा रहे आज के टाइम। दूसरी पार्टियां बोलती फंड लेके आएंगे, फंड लेके आएंगे, लेकिन अभी तक कैंपस के अंदर 1 रुपया भी नहीं आया सर। झूठे वादों के ऊपर दूसरी पार्टियां खड़ी हो रही। ਅੱਛਾ ਜਿਹੜੇ ਤੁਸੀਂ ਕਹਿ ਰਹੇ ਹੋ ਝੂਠੇ ਵਾਅਦੇ, ਸੀਵਾਈਐਸਐਸ ਵੀ ਇੱਥੇ ਹੀ ਹੈ ਕਿਉਂਕਿ ਡਿਫੈਂਡ ਤਾਂ ਉਹੀ ਕਰ ਰਹੇ ਨੇ। ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਏਬੀਵੀਪੀ ਵਰਸਸ ਆਲ ਪਾਰਟੀ ਕਿਉਂ ਹੋ ਜਾਂਦਾ ਹੈ? ਕਾਰਨ ਕੀ ਹੈ ਕਿ ਏਬੀਵੀਪੀ ਇੰਨੀ ਸਟਰੋਂਗ ਹੈ या फिर की कारण है कि आइडियोलॉजी बिल्कुल वक्री चलती है? की जी सर, इसके ऊपर मैं बोलना चाहता हूँ सर, कैंपस के अंदर 24/7 365 डेज एबीपी एक्टिव रहती है। जो दूसरी पार्टीज क्या करती है सर, वो वोट मांगने तो जाती है, एमएलए एमपी से फोन करवा के तो चले जाते हैं सर, लेकिन क्या करते हैं सर, स्टूडेंट्स की वोट लेके ना वो कैंपस के अंदर फिर दिखते नहीं है। फिर अपने एमएलए एमपी के लिए प्रचार करते हैं। जो स्टूडेंट्स उनको वोट देते हैं ना सर, उनके पास तो कभी जाके उनकी समस्याएं नहीं सुनते, कभी उनके मुद्दों पे बात ही नहीं करते। अब पंजाब यूनिवर्सिटी के अंदर फेस्ट होते हैं सर, उसके अंदर पहली बार ऐसा हुआ पिछले 1 साल के अंदर, जो चारों फेस्ट के अंदर मिसबिहेव हुआ सर। जो हमारी बहनें हैं उनके साथ मिसबिहेव हुआ सर। इसको वीपी मतलब पूरा पूर्ण रूप से विरोध करती है उस पार्टी। मिसबिहेव होया, चार कह रहे हैं चार फेस्ट होए ने 1 साल च मिसबिहेव होया। फिर उन्हें ये भी आरोप लाया कि एमएलए एमपी इत्थे पहुंचते ने, वो प्रचार करते ने, की कहूंगे? सर पहली बात तो मिसबिहेवियर की बात, फर्स्ट फेस्ट में मैं मानता हूं कि पुलिस प्रशासन की तरफ से सिक्योरिटी आई थी और उस फेस्ट में इतनी ओवर क्राउडिंग की थी, बैरिकेडिंग से ऊपर लोग चढ़े हैं। और पुलिस प्रशासन और सिक्योरिटी डिटेल सिक्योरिटी प्रोफाइलिंग में हो सकता है दिक्कत हुई हो, बट मिसबिहेवियर का कोई मुद्दा हम तक अभी तक नहीं आया। ਤੁਹਾਡੇ ਤਾਂ ਕੋਈ ਇਹੋ ਜੀ ਗੱਲ ਆਈ ਸੀ ਮਿਸਬਿਹੇਵੀਅਰ? ਮੈਂ ਸਰ ਉਸ ਟਾਈਮ ਔਨ ਦਾ ਸਪੋਟ ਪ੍ਰੈਜ਼ੈਂਟ ਸੀਗਾ। ਜਿਹੜਾ ਧੱਕਾ ਮੁੱਕੀ ਹੋਈ ਆ ਮੈਂ ਅੱਖੋਂ ਅੱਖੀ ਦੇਖੀ ਆ। ਮੈਂ ਉਸ ਟਾਈਮ ਐਜ਼ ਅ ਜਰਨਲਿਜ਼ਮ ਦਾ ਸਟੂਡੈਂਟ ਸੀਗਾ, ਪੀਯੂ ਤੁਹਾਡੇ ਨਾਲ ਤਾਂ ਨਹੀਂ ਹੋਈ ਸੀ? ਮੈਂ ਸਰ ਮੇਰੇ ਨਾਲ ਖੁਦ ਧੱਕਾ ਮੁੱਕੀ ਹੋਈ ਹੈ। ਮੈਨੂੰ ਬੋਡੀਗਾਰਡਾਂ ਨੇ ਧੱਕਾ ਦਿੱਤਾ ਹੈ ਤੇ ਮੈਂ ਦੇਖਿਆ ਸਾਰਾ ਫਰਨੀਚਰ ਸੀਗਾ ਤੋੜ ਪੰਨ ਕਰਕੇ ਲੋਕੀ ਭੱਜ ਗਏ ਤੇ ਇਹਨਾਂ ਤੋਂ ਦੇਖਿਆ ਨਹੀਂ ਗਿਆ, ਇਹ ਖੜੇ ਰਹਿ ਗਏ। ਇਹਨਾਂ ਤੋਂ ਕੋਈ ਮੈਨੇਜਮੈਂਟ ਨਹੀਂ ਹੋਈ, ਧੱਕੇ ਹੋਏ। ਪਹਿਲੀ ਗੱਲ ਤਾਂ ਮੈਂ ਕਹਿੰਦਾ ਕਿ ਪਹਿਲੀ ਗੱਲ ਜਿਹੜਾ ਫੈਸਟ ਹੋ ਰਿਹਾ ਇੱਕ ਕਲੋਜ਼ਡ ਵਾਲ ਦੇ ਵਿੱਚ ਕੀ ਹੋ ਰਿਹਾ, ਯੂਨੀਵਰਸਿਟੀ ਦੇ ਸਟੂਡੈਂਟ ਹੈ, ਯੂਨੀਵਰਸਿਟੀ 'ਚ ਫੈਸਟ ਹੋ ਰਿਹਾ, ਤੁਸੀਂ ਓਪਨ ਉਹ ਗਰਾਊਂਡ ਸਾਹਮਣੇ ਆ ਸਟੇਜ ਲੱਗੀ ਆ ਉੱਥੇ ਕਿਉਂ ਨਹੀਂ ਕਰਾਉਂਦੇ? ਤੁਸੀਂ ਕਲੋਜ਼ ਕਿਉਂ ਕਰ ਰਹੇ? ਯੂਨੀਵਰਸਿਟੀ ਦਾ ਸਟੂਡੈਂਟ ਫੈਸਟ ਨਹੀਂ ਦੇਖ ਸਕਦਾ? ਸਟੂਡੈਂਟ ਕਾਉਂਸਲ ਦਾ ਫੰਡ ਯੂਨੀਵਰਸਿਟੀ ਦੇ ਰਹੀ ਹੈ ਤਾਂ ਸਾਰੇ ਸਟੂਡੈਂਟ ਨੂੰ ਹੱਕ ਹੈ। ਪਾਸਿਸ ਵਾਲਾ ਸਿਸਟਮ ਕਰ ਰੱਖਿਆ ਇਹਨਾਂ ਨੇ, ਜਿਹੜਾ ਕੀ ਮਤਲਬ ਹੈ? ਮੈਂ ਉਹੀ ਕਹਿ ਰਿਹਾ, ਵੀਵੀਆਈਪੀ ਸਿਸਟਮ ਜਿਹੜਾ ਇਹ ਲੈ ਕੇ ਆ ਗਏ ਨੇ ਸਾਰੀ ਪਾਰਟੀਆਂ, ਪੋਲੀਟੀਕਲ ਪਾਰਟੀਆਂ ਬਾਹਰ ਤੋਂ, ਉਹ ਅਸੀਂ ਉਹਦੇ ਸਖਤ ਖਿਲਾਫ ਹੈ। ਪੂਸੂ ਪਾਰਟੀ ਆਲਵੇਜ਼ ਫॉर ਦਾ ਸਟੂਡੈਂਟ ਬਾਈ ਦਾ ਸਟੂਡੈਂਟਸ ਰਹੀ ਹੈ ਤੇ ਆਪਾਂ ਆਲਵੇਜ਼ ਸਟੂਡੈਂਟ ਦੇ ਵੱਖ ਰੱਖਾਂਗੇ। ਏਬੀਵੀਪੀ ਪਹੁੰਚੀ ਹੈ। ਏਬੀਵੀਪੀ ਦੇ ਇੱਕ ਸੀਨੀਅਰ ਲੀਡਰ ਸੀਗੇ, ਉਹ ਛੱਡ ਕੇ ਐਨਐਸਯੂਆਈ 'ਚ ਚਲੇ ਗਏ। ਹੁਣ ਐਨਐਸਯੂਆਈ ਦੀ ਪ੍ਰਧਾਨਗੀ ਕਰ ਰਹੇ ਨੇ, ਕੈਂਡੀਡੇਟ ਵੀ ਨੇ, ਹਲ ਪਹੁੰਚੇ ਨਹੀਂ ਅੱਜ। ਸ਼ਾਇਦ ਆਹੀ ਕਾਰਨ ਹੋ ਸਕਦਾ ਹੈ ਕਿ ਆ ਸਵਾਲ ਨਾ ਹੋ ਜਾਏ। ਪਰ ਤੁਸੀਂ ਕੀ ਕਹੋਗੇ, ਏਬੀਵੀਪੀ ਨੂੰ ਝਟਕਾ ਲੱਗੇ ਇਸ ਚੀਜ਼ ਦਾ ਜਾਂ ਏਬੀਵੀਪੀ ਹੋਰ ਉੱਭਰ ਕੇ ਨਿਕਲ ਰਹੀ? ਕੀ ਲੱਗ ਰਿਹਾ? ਦੇਖੋ ਇੱਥੇ ਜੋ ਵੀ ਕੋਈ ਇੱਥੇ ਇੱਕ ਦੂਜੇ ਦੀ ਪਾਰਟੀਆਂ ਵਿੱਚ ਡੱਡੂ ਟਪੂਸੀਆਂ ਮਾਰਦੇ ਨੇ, ਕਿਉਂਕਿ ਉਹਨਾਂ ਨੂੰ ਸਿਰਫ ਪੋਸਟ ਚਾਹੀਦੀ ਹੁੰਦੀ ਹੈ ਇੱਕ, ਕਿ ਸਾਡੀ ਪ੍ਰਧਾਨਗੀ ਲੱਗ ਜਾਏ ਤੇ ਆਪਦਾ ਪੋਲੀਟੀਕਲ ਕੈਰੀਅਰ ਸੈੱਟ ਹੋ ਜਾਏ। ਤੇ ਜਿਹੜੀ ਏਬੀਵੀਪੀ ਦੀ ਝਟਕਾ ਲੱਗਣ ਦੀ ਗੱਲ ਹੈ, ਉਹ ਤਾਂ ਇਹਨਾਂ ਨੂੰ ਮਤਲਬ ਖੁੱਲ੍ਹੇਆਮ ਆਪਾਂ ਦੇਖ ਰਹੇ ਹਾਂ 74 ਬੰਦਿਆਂ ਦੀ ਟੀਮ ਲੈ ਕੇ ਉਹ ਇਹਨਾਂ ਤੋਂ ਗਏ ਹੈ, ਐਨਐਸਯੂਏ ਸ਼ਾਮਿਲ ਹੋਏ ਹੈ। ਤੇ ਜਿਹੜੀ ਗੱਲ ਹੈ ਵੀ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਏਬੀਵੀਪੀ ਦੇ ਖਿਲਾਫ ਮਤਲਬ ਇਕੱਠੀਆਂ ਹੋ ਜਾਂਦੀਆਂ ਨੇ, ਕਿਉਂਕਿ ਏਬੀਵੀਪੀ ਦੇ ਨਾਲ ਅਥਾਰਟੀਆਂ ਹੁੰਦੀਆਂ ਨੇ। ਸਾਰੇ ਇੱਥੇ ਜੋ ਇਹ ਗੱਲ ਕਹਿ ਰਹੇ ਵੀ ਐਮਪੀ ਐਮਐਲਏ ਦੂਜਿਆਂ ਦੇ ਆ ਕੇ ਵੋਟ ਮੰਗਦੇ ਨੇ ਤੇ ਇਹਨਾਂ ਦੇ ਆਪਦੇ ਵੀ ਆਰਐਸਐਸ ਦੇ ਬੰਦੇ ਇੱਥੇ ਗੈਸਟ ਹਾਊਸ ਜਾ ਕੇ ਮੀਟਿੰਗਾਂ ਕਰਾਉਂਦੇ ਆ, ਸਟੂਸੀ ਤੇ ਵੀ ਬੋਲਦੇ ਆ। ਤੇ ਜਦੋਂ ਬਾਕੀ ਸਾਰੀ ਆਰਗੇਨਾਈਜੇਸ਼ਨਸ ਇੱਥੇ ਐਮਪੀ ਐਮਐਲਏ ਦਾ ਵਿਰੋਧ ਕਰ ਰਹੀ ਸੀ, ਉਦੋਂ ਇਹਨਾਂ ਦੀ ਆਰਗੇਨਾਈਜੇਸ਼ਨ ਕਿੱਥੇ ਸੀ? ਉਦੋਂ ਕਿਉਂ ਨਹੀਂ? ਸਹਿਮਤ ਹੋ ਤੁਸੀਂ? ਕੀ ਕਹੋਗੇ किस चीज़ नाल जी? ਇਸੀ ਮਾਮਲੇ 'ਚ ਕਿ ਕਈ ਸਾਰੇ ਇਹਨਾਂ ਦੀ ਅਥਾਰਟੀ ਇਹਨਾਂ ਨਾਲ ਹੁੰਦੀ ਹੈ, ਜਾਂ ਫਿਰ ਇਹ ਕਹਿ ਰਹੇ ਨੇ ਕਿ ਕਈ ਸਾਰੇ ਚਲੇ ਵੀ ਗਏ ਪਰ ਫਿਰ ਵੀ ਅਥਾਰਟੀ ਨਾਲ? 101% बात सही है जी, ये कि इनके साथ पूरी अथॉरिटी है। पिछली बार के जो बीसी से हरीश ने नहीं इलेक्शन लड़ा जी, बीसी सर ने इलेक्शन लड़ा है जी पूरा। सभी को बोल दिया था भी अगर गाड़ी के आगे स्टिकर एबीपी का लगा है उसको एंट्री कर दो, बाकियों को पीछे रख दो। ठीक है जी, इनके साथ पूरी अथॉरिटी है तब ये जीत नहीं पा रहे। ठीक है जी, अथॉरिटी सरेआम हो जाती है, बच्चे सारे उल्ट हो जाते हैं। ਅਥਾਰਟੀ ਤੁਹਾਡੇ ਨਾਲ ਹੈ, ਫਿਰ ਜਿੱਤੇ ਕਿਉਂ ਨਹੀਂ ਸੀ ਪਿਛਲੀ ਵਾਰ? ਕਾਰਨ ਕੀ ਹੈ? सर ये तो देखो लीडर्स हैं ये, सीवीआईएसएस। हाँ सर ये बोल सकते हैं कोई बात नहीं सर, लेकिन हम अथॉरिटी के खिलाफ प्रोटेस्ट करने वाली पार्टी है सर। अखिल भारतीय विद्यार्थी परिषद ने जब स्टूडेंट्स के ऊपर आ चाहिए सर, अथॉरिटी के खिलाफ गए सर। हमारे साथ कोई अथॉरिटी नहीं सर, हमारे टीचर्स हैं, गुरु, हम उनकी रिस्पेक्ट करते हैं, लेकिन एबीपी स्टूडेंट्स के साथ खड़ी है। आप एक चीज पूछना सर, जितने यहाँ पे कैंडिडेट खड़े हैं, मैं भी सर खुद हूँ, पिछले 1 साल से
कैंपस के अंदर कौन सा कैंडिडेट एक्टिव था, कौन से कैंडिडेट 24/7 स्टूडेंट्स के पास था। सर 4 नंबर हॉस्टल में 15 लैपटॉप चोरी होते हैं, कोई एक भी कैंडिडेट मेरे को आगे बता दे कि वहां आगे किसी बच्चे के साथ खड़ा हुआ। ਤੁਸੀਂ ਐਕਟਿਵ ਸੀਗੇ, ਉਹ ਕਹਿ ਰਹੇ ਕੋਈ ਐਕਟਿਵ ਨਹੀਂ ਸੀਗਾ ਸਾਰੇ। जी बिल्कुल, पिछले 7-8 साल से एक्टिव हैं। पर रही बात जब हॉस्टल से वो चोरी हो रहे थे, उसका अंजाम भी बता देते हैं, आपको हुआ क्या था वो भी हो जाते हैं। आयुष, हम सब ने उस टाइम पे प्रोटेस्ट किया था खड़े होकर वहाँ पे, चीफ सिक्योरिटी ऑफिस तक को निकलवाने तक की हमने ये बात कर दी थी कि अगर ये इशू रिजॉल्व नहीं होता है तो आप यहाँ से निकल जाएं, बोरिया बिस्ता बांधें और बाहर जाएं। ਤੁਸੀਂ ਸੀਗੇ ਉਸ ਸਮੇਂ? ਮੈਂ ਸੀਗਾ ਕਿਹੜੇ ਐਕਟਿਵ ਨਹੀਂ ਸੀਗਾ ਕੋਈ ਵੀ, ਅਸੀਂ ਐਕਟਿਵ ਰਹੇ। ਸਰ ਪਿਛਲੇ ਸਾਲ ਇਲੈਕਸ਼ਨ ਤੋਂ ਅਗਲੇ ਦਿਨ ਤੋਂ ਬਾਅਦ ABVP ਪੂਰੇ ਸਾਲ ਰਿਪੋਰਟ ਪੂਰੇ ਕੈਂਪਸ ਦੇ ਵਿੱਚ ਇੱਕ ਦਿਨ ਵੀ ਨਹੀਂ ਦਿਖੀ। ਇੰਨੇ ਮੁੱਦੇ ਹੋਏ, ਵਰਕਰ ਦੀ ਸਟ੍ਰਾਈਕਸ ਹੋਈ, ਫੀ ਹਾਈਕ ਹੋਈ। ਇਹਨਾਂ ਤੋਂ ਪੁੱਛ ਲਓ ਕਿਹੜੇ ਪ੍ਰੋਟੈਸਟ ਦੇ ਸਾਹਮਣੇ ਆਏ ਨੇ, ਇਹਨਾਂ ਤੋਂ ਪੁੱਛ ਲਓ। ਤੁਸੀਂ ਕੀ ਕਹੋਗੇ ਜੀ, ਇਹ ਦਿਖੇ ਨੇ ਜਾਂ ਤੁਸੀਂ ਨਹੀਂ ਦਿਖੇ? ਇਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਸਾਰਿਆਂ ਤੇ ਕਿ ਤੁਸੀਂ ਕਿਤੇ ਐਕਟਿਵ ਨਹੀਂ ਸੀਗੇ। ਦੇਖੋ ਜੀ, ਜੋ ਆਪ ਐਕਟਿਵ ਨਹੀਂ ਹੁੰਦੇ ਉਹ ਦੂਜੇ ਤੇ ਇਲਜ਼ਾਮ ਲਾਉਂਦੇ ਨੇ। ਅਸੀਂ ਪੂਰੇ ਸਾਲ ਹਮੇਸ਼ਾ ਹੀ ਐਕਟਿਵ ਰਹਿੰਦੇ ਹਾਂ, ਚਾਹੇ 1 ਸਾਲ ਉਸ ਤੋਂ ਪਿਛਲੇ ਜਦੋਂ ਤੋਂ ਇਹ ਆਰਗੇਨਾਈਜੇਸ਼ਨ ਬਣੀ ਉਦੋਂ ਤੋਂ ਐਕਟਿਵ ਆ। ਲੋਕਡਾਊਨ ਤੋਂ ਬਾਅਦ ਤੋਂ ਜਿੰਨੀਆਂ ਵੀ ਇੱਥੇ ਜੋ ਵੀ ਸਟਰਗਲਸ ਹੋਏ ਹੈ, ਭਾਵੇਂ ਉਹ ਇੱਥੇ ਮੈਸ ਡਾਈਟਸ ਦਾ ਸੀਗਾ ਜਾਂ ਜਿਵੇਂ ਵਰਕਰਾਂ ਦੀ ਜਿਹੜੀ ਇੱਥੇ ਕੰਟਰੈਕਚੁਅਲ EMPLOYEES ਨੂੰ ਕੱਢਿਆ ਗਿਆ, ਉੱਥੇ ਜਦੋਂ ਵੀ ਕੋਈ ਐਜੀ ਸਟੂਡੈਂਟਸ ਨਾਲ ਧੱਕਾ ਹੁੰਦਾ ਜਿਵੇਂ ਚੋਰੀਆਂ ਦੀ ਗੱਲ, ਉੱਥੇ ਵੀ ਸਿਕਿਉਰਿਟੀ ਸਟਾਫ ਦੀ ਮੰਗ ਕਰਨਾ, ਹਰ ਕਿਤੇ PSU ਲਲਕਾਰ ਹਮੇਸ਼ਾ ਮੂਹਰੇ ਹੁੰਦੀ ਹੈ। ਹੁਣੇ ਇੱਥੇ ਫੀਸਾਂ ਵਧੀਆਂ ਸੀ ਇਹਨਾਂ ਦੇ ਆਪਦੇ ਡਿਪਾਰਟਮੈਂਟ ਦੀ ULS ਦੀਆਂ, ਉਦੋਂ ਜਿਹੜੀਆਂ ULS ਦੇ ਸਟੂਡੈਂਟਸ ਨੂੰ ਨਾਲ ਲੈ ਕੇ ਮਾਰਚ ਕੀਤਾ ਸੀ ਫੀਸਾਂ ਨੂੰ ਘਟਾਉਣ ਵਾਸਤੇ, ਤੇ ਫਿਰ ਉੱਥੇ ਉਹਦੇ ਤੇ ਰੋਕ ਵੀ ਲੱਗੀ ਸੀ। ਤੁਸੀਂ ਕੀ ਕਹੋਗੇ, ਤੁਸੀਂ ਐਕਟਿਵ ਰਹੇ ਹੋ? हाँ जी, एक्टिव तो रहे हैं। मैं आपको बता देना चाहता हूँ, जब ABVP निकल लीजिए, जो जितनी पॉलिटिकल पार्टी हैं ये पहले सेटिंग कर लेते हैं जो ऊपर एडमिनिस्ट्रेशन में। अगर ये मुद्दा सॉल्व हो तो सकता है फिर तो हम बैठते हैं धरने पे, अगर नहीं हो सकता फिर हम नहीं बैठते। ये उसी टाइम बैठते हैं जी, अगर इनको पता चल जाता है भी हाँ मुद्दा ही सॉल्व हो सकता है, हम बैठ जाते हैं, पूरा क्रेडिट ले जाते हैं। स्टूडेंट ऑर्गेनाइजेशन है, हर एक धरने बैठती स्टूडेंट एसोसिएशन, ਪੋਲੀਟੀਕਲ ਪਾਰਟੀਆਂ ਤੁਸੀਂ ਕਹਿ ਰਹੇ ਹੋ, ਸਟੂਡੈਂਟ ਐਸੋਸੀਏਸ਼ਨ ਬੈਠਦੀ ਹੈ। सब स्टूडेंट एसोसिएशन सारियां बैठते हैं जी। HSC ने धरने दिते ने, ਮੈਮੋਰੈਂਡਮ ਦਿੱਤੇ ਨੇ, ਪੁੱਸੂ ਨੇ ਦਿੱਤੇ ਨੇ, SPUSU ਵੀ ਦਿੱਤੇ, ਸਾਰੀ ਸਟੂਡੈਂਟ ਦਿੰਦੀਆਂ ਨੇ ਜੀ। ਪਰ ਜਦੋਂ ਖਾਸ ਕਰ ABVP ਵਾਲੇ ਨੇ ਜੀ, ਇਹਨਾਂ 'ਚ ਜਿਹੜਾ ਇਹ ਮੁੱਦਾ ਹੁੰਦਾ ਹੈ, ਇਹ ਉਹੀ ਮੁੱਦਾ ਉਠਾਉਂਦੇ ਨੇ ਜਿਹੜਾ ਸੋਲਵ ਹੋ ਸਕਦਾ ਹੈ। ਇਹ ਬੜੀ ਵੱਡੀ ਗੱਲ ਕਹਿ ਰਹੇ ਨੇ ਕਿ ਜਿਹੜਾ ਮੁੱਦਾ ਸੋਲਵ ਹੋ ਸਕਦਾ ਉਸੇ ਧਰਨੇ 'ਚ ਬਹਿ ਜਾਂਦੇ ਨੇ, ਜਿਹੜਾ ਨਹੀਂ ਹੁੰਦਾ ਉਹ ਨਹੀਂ ਬਹਿੰਦੇ। सर ABVP for PU के नाम से हमारा इंस्टाग्राम पे पेज है सर, उसके अंदर आप देख सकते हो। सर ये झूठ नहीं हो सकता ना, क्योंकि वहाँ पे हम एट ए टाइम प्रेजेंट थे, डे और टाइम तीनों चीज़ वहाँ पे अवेलेबल है। पिछले 1 साल से देख लो कि कौन से मतलब स्टूडेंट ऑर्गेनाइजेशन बच्चों के हितों में आवाज़ उठा रही थी, और कौन यहाँ पे माइक के सामने सर ये आवाम में बातें कर रहा है कि वहाँ नहीं दिखे, वहाँ नहीं दिखे। सर पंजाब यूनिवर्सिटी स्टूडेंट्स को पता है कि कौन उनकी आवाज़ उठा रहा है, कौन उनके साथ खड़ा है, तभी तो सर ABVP वर्सेस ऑल होता है। यही कारण है सर 24/7 लोगों के बीच में रहते हैं। ਇਹਦੇ ਚ ਇੱਕ ਮੈਂ ਗੱਲ ਕਰਨੀ ਚਾਹੂੰਗਾ। ਹੁਣ ਇਹਨਾਂ ਦਾ ਕੀ ਮਸਲਾ ਹੈਗਾ, ਮਤਲਬ ਅਥਾਰਟੀ ਨਾਲ ਜਦੋਂ ਆਪਾਂ ਮੰਨਦੇ ਹਾਂ ਗੱਠਜੋੜ ਹੋਊਗਾ ਨਾ, ਤਾਂ ਅੰਦਰੋਂ ਇਹਨਾਂ ਨੂੰ ਪਲੋਸ ਕੇ ਜੇ ਫੋਨ ਕਰਦੇ ਆ ਵੀ ਭਾਈ ਅਸੀਂ ਕੱਢਣ ਲੱਗੇ ਆ, ਮਸਲਾ ਹੱਲ ਕਰਨ ਲੱਗੇ ਆ, ਤੁਸੀਂ ਆ ਜਾਓ, ਮਾੜਾ ਮੋਟਾ ਨਾਲੇ ਤੁਹਾਡਾ ਨਾਮ ਹੋ ਜਾਊਗਾ ਹਨਾ, ਨਾਲੇ ਅਸੀਂ ਤੁਹਾਡੇ ਹੱਕ ਦੇ ਵਿੱਚ ਭੁਗਤਾ ਦਾਂਗੇ। ਇਹ ਕੰਮ ਕਰਦੇ ਆ, ਮਤਲਬ ਅਸੀਂ ਖੁਦ ਵੇਖਿਆ ਹੈ। ਪੁਲਿਸ ਵਾਲੇ ਇਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਨਾਰੇ ਮਾਰੋ, ਤੁਸੀਂ ਕੁਝ ਕਰ ਨਹੀਂ ਰਹੇ ਆ ਕੇ, ਇਹ ਵੀ ਤੁਸੀਂ ਆ ਕੇ ਉਹ ਬੈਰੀਕੇਡ ਖੜਕਾਓ। ਮਤਲਬ ਉਹ ਅਥਾਰਟੀ ਇਹਨਾਂ ਨੂੰ ਸਿਖਾ ਰਹੀ ਹੈ ਵੀ ਤੁਸੀਂ ਪ੍ਰੋਟੈਸਟ ਕਰੋ ਤਾਂ ਕਿ ਤੁਹਾਡਾ ਨਾਮ ਹੋਏ। ਮਤਲਬ ਇੰਨੀ ਧੱਕੇਸ਼ਾਹੀ ਚੱਲ ਰਹੀ ਹੈ। ਗੈਸਟ ਹਾਊਸਾਂ ਦੇ ਵਿੱਚ ਇਹਨਾਂ ਦੇ ਲੀਡਰ ਆ ਕੇ ਹਨਾ, ਉਹਦਾ ਨਾਮ ਕਿਸੇ ਸੈਮੀਨਾਰ ਦਾ ਕੁਝ ਹੋਰ ਰੱਖਦੇ ਨੇ ਵੀ ਕੁਝ ਬੁੱਧਿਜ਼ਮ ਤੇ ਕਰ ਰਹੇ ਆ, ਅੰਦਰ ਵਿੱਚ ਮੀਟਿੰਗਾਂ ਕਰ ਰਹੇ ਨੇ। ਗੱਲ ਇਹ ਹੈ ਕਿ ਜਦ ਅਸੀਂ ਸ਼ੁਰੂਆਤ ਕੀਤੀ ਡਿਬੇਟ ਦੀ ਤਾਂ ਜ਼ਿਆਦਾਤਰ ਪਾਰਟੀਆਂ ਜਿਹੜੀਆਂ CYSS ਨੂੰ ਘੇਰ ਰਹੀਆਂ ਸੀਗੀਆਂ, ਹੁਣ ABVP ਨੂੰ ਘੇਰਨ ਲੱਗੀਆਂ ਨੇ। ਕਾਰਨ ਕੀ ਲੱਗਦਾ ਤੁਹਾਨੂੰ ਕਿ CYSS ਤੇ ABVP ਨੂੰ ਕਿਉਂ ਘੇਰਿਆ ਜਾਂਦਾ? ਸਰ ਸਭ ਤੋਂ ਜ਼ਿਆਦਾ ਮਨੀ ਮਸਲ ਪਾਵਰ ਲੈ ਕੇ ਆਉਂਦੀਆਂ ਨੇ, ਆਪਣੀ ਆਈਡੀਓਲੋਜੀਜ਼ ਲੈ ਕੇ ਆ ਰਹੀਆਂ ਨੇ। ਇਹਨਾਂ ਦੇ ਕੋਲ ਵਿਜ਼ਨ ਤਾਂ ਹੈ ਨਹੀਂ। ਸਾਰਾ ਜਿਹੜਾ ਧੱਕਾ ਇਕੱਠ ਕਰਕੇ ਬਾਹਰ ਦੇ ਸਟੂਡੈਂਟਸ ਲੈ ਕੇ ਆ ਕੇ ਜਿਹੜਾ ਕਰਦੇ ਨੇ, ਜੈਨੂਇਨ ਸਟੂਡੈਂਟਸ ਦਾ ਮੌਕਾ ਮਿਲਦਾ ਹੀ ਨਹੀਂ ਇਹਨਾਂ ਨੂੰ ਕੈਂਡੀਡੇਸੀ ਦਾ। ਤੇ ਤਾਂ ਹੀ ਤਾਂ ਅਸੀਂ ਕਹਿ ਰਹੇ ਹਾਂ ਐਜ਼ ਅ ਪੂਸੂ ਪਾਰਟੀ, ਜੇ ਮੈਂ ਆਪਾਂ ਗੱਲ ਕਰੀਏ ਸਾਰਾ ਡਿਸੀਜਨ ਮੇਕਿੰਗ ਤੇ ਸਾਰੀ ਜਿਹੜੀ ਮੀਟਿੰਗ ਦੇ ਵਿੱਚ ਸਾਰੇ ਆਪਾਂ ਸਟੂਡੈਂਟ ਇਕੱਠੇ ਹੋ ਕੇ ਸਾਰਿਆਂ ਨੂੰ ਹੱਕ ਹੁੰਦਾ ਗੱਲ ਕਰਨ ਦਾ। ਇਹਨਾਂ ਦੇ ਤਾਂ ਆਰਡਰ ਹੀ ਬਾਹਰੋਂ ਆਉਂਦੇ ਨੇ, ਮੰਤਰੀਆਂ ਤੋਂ ਤਾਂ ਆਰਡਰ ਆਉਂਦੇ ਨੇ ਇਹਨਾਂ ਦੇ। ਸੇਮ ਵਿਦ ABVP, ਇਹਨਾਂ ਦੇ ਵੀ ਬਾਹਰੋਂ ਮੰਤਰੀ, ਸਾਰੀ ਮੈਨੇਜਿੰਗ ਜਿਹੜੀ ਇਹਨਾਂ ਦੀ ਕੈਂਪੇਨਿੰਗ ਦੀ ਬਾਹਰ ਦੇ ਮੰਤਰੀ ਕਰ ਰਹੇ ਨੇ। ਇਹ ਕਹਿ ਰਹੇ ਨੇ ਮੰਤਰੀ ਆਂਦੇ ਨੇ, ਪਰ ਵੀਡੀਓਜ਼ ਤਾਂ ਅਸੀਂ ਵੀ ਕੁਝ ਦੇਖਿਆ ਨੇ ਕਿ MLAs ਆ ਰਹੇ ਨੇ, ਇਹ ਫਿਰ ਵਿਰੋਧ ਕਰਦੇ ਨੇ। ਤੁਸੀਂ ਕਹਿੰਦੇ ਹੋ ਸਾਨੂੰ ਸਪੋਰਟ ਕਰਨ ਆਂਦੇ, ਫਿਰ ਕੀ ਹੋ ਗਿਆ? ये बात को एड्रेस करता हूँ, एक बात इनकी पहले एड्रेस कर लूँ। ये बात कर रहे थे जेन्युइन स्टूडेंट्स की, तो मेरा डिपार्टमेंट एंथ्रोपोलॉजी है, 2016 से वहीं पे पढ़ रहा हूँ, रिसर्च स्कॉलर हूँ। इनके कैंडिडेट इलेक्शन से एक दिन पहले एंथ्रोपोलॉजी डिपार्टमेंट में एडमिशन लेना चाहते हैं। वो जेन्युइन, जो इनसे पहले राजकिरण बैदवानसी, जो इनके जेन्युइन कैंडिडेट हैं, तो ये जेन्युइन स्टूडेंट्स की ये बात कर रहे हैं जिनकी कैंडिडेसी इनकी कैंसिल होने के बाद हुई है। दूसरी बात है MLA आ रहे हैं, अगर CM भी आ रहे हैं, वो साइट देखने आ रहे हैं कि डेवलपमेंट के लिए जो काम हो रहा है
वो कहाँ पे हॉस्टल एलोकेट हो रहा है, किस तरह से ओवरसाइट हो रही है, तो फिर उसमें दिक्कत कोई नहीं आएगी। ਚਲੋ ਜੀ ਮੈਂ ਕਿਉਂਕਿ ਸਮਾਂ ਵੱਧ ਗਿਆ, ਤੁਸੀਂ ਵੀ ਅੱਗੇ ਜਾਣਾ ਹੈ, ਚੋਣਾਂ 'ਚ ਕੈਂਪੇਨ ਕਰਨੀ ਹੈ। ਮੈਂ ਇੱਕ ਸਾਲ ਸਾਰੇ ਤੋਂ ਲੈਣਾ ਚਾਹੂੰਗਾ, ਸਿਰਫ ਇੱਕ ਸਵਾਲ ਕਿ ਤੁਸੀਂ ਕਿਉਂ ਚਾਹੁੰਦੇ ਹੋ ਕਿ ਤੁਹਾਨੂੰ ਜਿਹੜੇ ਸਟੂਡੈਂਟਸ ਨੇ ਉਹ ਵੋਟ ਦੇਣ, ਕਾਰਨ ਮੇਨ मकसद ਕੀ? सर मैं पहले तो अपील करना चाहूँगा पंजाब यूनिवर्सिटी के हर एक स्टूडेंट से कि वो वोट करने जरूर आए, क्योंकि वो आप लोगों का राइट है। अगर आप अपना राइट सही जगह यूज़ करोगे तो वो यूनिवर्सिटी के हित में ही जाएगा। और मैं ये बोलता हूँ कि एबीपी को वोट करे। एबीपी को क्यों वोट करे? क्योंकि एबीपी एक ऐसी स्टूडेंट ऑर्गेनाइजेशन है तो 24/7 स्टूडेंट्स के लिए अवेलेबल रहती है, जो स्टूडेंट्स के बेसिक इश्यूज हैं उनको उठाती है और उनको रिजोल्व कराती है। तो जैसे हमने बताया कि सेंटर प्लेसमेंट सेल होगी सर, सिक्योरिटीज़ की वैकेंसीज होगी जो हमारी बहनों को दिक्कतें आ रही हैं सर फार्मेसी 24/7 होगी। और सर जो कैंपस के अंदर जो प्रोफेसर्स की वैकेंसीज है जो वैकेंट पड़ी, जो आज पंजाब यूनिवर्सिटी पीएचडी स्कॉलर्स के भरोसे चल रही है सर, उस वैकेंसी को पूरा करवाने के लिए सर। और जो हमने मैनिफेस्टो रिलीज किया वो आपको डिजिटली आपको सेंड करते हैं सर। तो इन मुद्दों पर सर एबीपी खड़ा होते रहेगी। और अगली बार मैं वादा करता हूँ कि जैसे एबीपी इस टाइम भी अपने काम पे वोट मांग रही है, अगली बार अपने पूरे मैनिफेस्टो पे वोट मांगेगी। और सर यही रिक्वेस्ट करता हूँ कि प्लीज एबीपी को वोट करना। हमारा पैनल कोड है 7013। आप क्या कहोगे जी कुलदीप? सब तो पहला किस मुद्दे ਨੂੰ ਲੈ ਕੇ स्टूडेंट्स को वोट मांगे? मैं सबसे पहले पंजाब यूनिवर्सिटी के सभी छात्रों को यही बात बोलूँगा कि पहले तो सभी, अगर हमको अधिकार मिला है वोट डालने का, सभी वोट डाल लें और अपना हर एक बच्चा अपनी वोट जरूर डालें। किसी पार्टी को डालें वो अलग बात है, पर वोट जरूर डालने आए। और हमारा मुद्दा यही होगा कि स्टूडेंट एसोसिएशन है हमारी, वैसे तो यहाँ पर स्टूडेंट एसोसिएशन खड़ी हुई हैं 2-3, पर हमारी इनकी स्टूडेंट एसोसिएशन क्या फ़र्क है? हमारा बेस है जी डीएवी कॉलेज, 11 कॉलेज हमारी पार्टी का बेस है। हम स्टूडेंट्स में कॉलेजेस जो मेजर कॉलेज है यूनिवर्सिटी के, डीएवी कॉलेज यूनिवर्सिटी के बाद स्ट्रेंथ के हिसाब से अगर देखें तो हमारा 8000 बच्चे जी डीएवी कॉलेज में। अब की बार पार्टी हैट्रिक पे है। हमारी स्टूडेंट एसोसिएशन का बेस है जी, 2 कॉलेज में पार्टी चल भी रही है। पिछली बार 11 कॉलेज हमारी काउंसिल थी, डीएवी कॉलेज हमारी काउंसिल थी, तो हमारी पार्टी का बेस है जी। बच्चे जो भी डीएवी कॉलेज से आ रहे हैं वो हमारे साथ जुड़ भी रहे हैं। हमारी पार्टी स्ट्रॉन्ग भी है जी, पॉलिटिकल पार्टियों में टक्कर भी दे रही है। तो हमारा एक ही हो गई, स्टूडेंट की यूनिवर्सिटी है तो स्टूडेंट की काउंसिल होनी। ਨੇ ਬੇਸ ਦਾ ਮਤਲਬ ਹੈ ਪ੍ਰੈਸ਼ਰ ਅਸੀਂ ਪਾ ਸਕਦੇ ਹਾਂ, ਸਾਡੇ ਕੋਲ ਪਾਰਟੀ ਪਾਵਰ ਹੈਗੀ ਹੈ, ਮਸਲ ਪਾਵਰ ਹੈਗੀ ਹੈ। ਪੀਐਸਯੂ ਲਲਕਾਰ ਕੋਰ ਕੀ ਹੈ, ਕਿਸ ਚੀਜ਼ ਨੂੰ ਲੈ ਕੇ ਵੋਟ ਮੰਗੋਗੇ? ਦੇਖੋ ਅਸੀਂ ਨਾ ਮੁੱਦੇ ਤਾਂ ਇੱਥੇ ਸਾਰੇ ਗਿਣਾ ਦਿੰਦੇ ਆ। ਅਸੀਂ ਵੀ ਮੈਨੀਫੈਸਟੋ ਦਿੱਤਾ ਹੈ, ਪਰ ਅਸੀਂ ਮੈਨੀਫੈਸਟੋ ਦੇ ਉੱਤੇ ਲਿਖਿਆ ਕਿ ਉਹ ਸਾਡਾ ਮਿਸ਼ਨ ਹੈ, ਸਿਰਫ ਚੋਣਾਂ ਤੱਕ ਅਸੀਂ ਲਿਮਿਟਿਡ ਨਹੀਂ ਹੈਗੇ। ਤੇ ਦੂਜੀ ਗੱਲ ਵੀ ਮੁੱਦਿਆਂ ਤੋਂ ਅਗਲਾ ਕੀ ਹੁੰਦਾ ਨਾ, ਪੀਐਸਯੂ ਲਲਕਾਰ ਕੋਲ ਉਹ ਹੱਲ ਕਰਾਉਣ ਦਾ, ਰਿਜ਼ੋਲਵ ਕਰਾਉਣ ਦਾ ਪਲਾਨ ਹੈ, ਕਿਉਂਕਿ ਸਾਡੇ ਕੋਲ ਸਟੂਡੈਂਟਸ ਦੀ ਸਟਰੈਂਥ ਹੈ ਜੋ ਅਥਾਰਟੀ ਅੱਜ ਤੱਕ ਜਾਂਦੀ ਹੈ ਤੇ ਬਿਨਾਂ ਕੰਪਰੋਮਾਈਜ਼ ਕੀਤੇ ਉਹ ਮਨਵਾਉਂਦੀ ਵੀ ਆਈ ਹੈ ਮੰਗਾ, ਅੱਗੇ ਵੀ ਮਨਵਾਏਗੀ। ਤੇ ਸਟੂਡੈਂਟਸ ਨੇ ਸਾਡਾ ਕੰਮ ਦੇਖਿਆ, ਇਸ ਕਰਕੇ ਉਹ ਸਾਨੂੰ ਹੀ ਵੋਟ ਪਾਣਗੇ। ਤੁਹਾਨੂੰ ਵੀ ਕਿਹਾ ਸੀਗਾ ਕਿ ਸਾਡਾ ਬੇਸ ਹੈ, ਇਹਨਾਂ ਕੋਲ ਬੇਸ ਨਹੀਂ ਹੈਗਾ। ਪੁੱਸੂ ਕਿਸ ਤਰੀਕੇ ਨਾਲ ਕੀ ਮੰਗ ਕਰ ਰਹੀ ਹੈ, ਕਿਵੇਂ ਕਿਉਂ ਵੋਟ ਪਾਏ ਸਟੂਡੈਂਟ ਤੁਹਾਨੂੰ? ਸਰ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਮਤਲਬ ਯੂਨਿਟੀ, ਸਟੂਡੈਂਟ ਦੀ ਯੂਨਿਟੀ। ਇੱਥੇ ਆਪਾਂ ਕੋਈ ਡਿਵਾਈਸਿਵ ਗੱਲ ਨਹੀਂ ਕਰਦੇ, ਆਪਾਂ ਕਰਦੇ ਸਾਰਾ ਇਕੱਠੇ ਹੋ ਕੇ ਸਟੂਡੈਂਟ ਚੱਲੇ, ਸਟੂਡੈਂਟ ਦੇ ਵਾਸਤੇ ਚੱਲੇ। ਤੇ ਜਿਹੜੀ ਸਾਡੇ ਆਪਾਂ ਜਿਹੜੇ ਕੰਮ ਕਰਨੇ ਅਸੀਂ ਮੈਨੀਫੈਸਟੋ ਸਾਡਾ pusu4pu.official ਤੇ ਅਸੀਂ ਅਪਲੋਡ ਕੀਤਾ। ਮੈਂ ਖੁਦ ਬਣਾਇਆ ਉਹ ਮੈਨੀਫੈਸਟੋ, ਸਾਰੀ ਗੱਲਾਂ ਨੋਟ ਕਰਕੇ ਸਟੂਡੈਂਟਸ ਦੇ ਨਾਲ ਜਾ ਕੇ ਆਪਾਂ ਨੋਟ ਕਰਕੇ ਚੀਜ਼ਾਂ ਕਰੇ ਨੇ। 1 ਸਾਲ ਦੇ ਅੰਦਰ ਆਪਾਂ ਜਿਹੜਾ ਸਾਡਾ ਮੈਨੀਫੈਸਟੋ ਹੈ ਉਹ ਲਾਗੂ ਕਰਾਂਗੇ। ਤੇ ਜਿਹੜਾ ਮੇਨ ਫੋਕਸ ਸਾਡਾ ਪਲੇਸਮੈਂਟਸ ਦਾ ਹੈਗਾ ਤੇ ਸਕਿੱਲ ਡਿਵੈਲਪਮੈਂਟ ਵਰਕਸ਼ਾਪਸ ਦੇ ਹੈਗਾ, ਉਹਦੇ ਉੱਤੇ ਆਪਾਂ ਨੇ ਵਰਕ ਕਰਨਾ ਹੈ। ਸੀਵੀਐਸਐਸ डिफेंडिंग चैंपियंस इस बारी किस चीज ਨੂੰ ਲੈ ਕੇ ਵੋਟ ਲੈ ਰਹੇ ਹੋ, ਕੀ ਕਹੋਗੇ स्टूडेंट्स ਨੂੰ? जी पहली बात, हम ट्रैक रिकॉर्ड पे वोट ले रहे हैं। हमने पिछली बार जो प्रोमिस किए थे 80 to 90% उनमें से कंप्लीट किए हैं। मेजर इश्यूज जो कोर इश्यूज थे वो सब स्ट्रक्चरल इश्यूज हमने सॉल्व किए हैं। इस बार हम यूनिवर्सिटी के कल्चर को चेंज करना चाहेंगे, एकेडमिकली भी प्लेसमेंट सेल को अलाइन करेंगे यूबीएस की लाइंस पर, स्किल डेवलपमेंट कराएंगे। उसके अलावा जितने भी हमारे मैनिफेस्टो में इश्यूज हैं उन सबको एड्रेस करेंगे। पिछली बार भी कंप्लीट किया है, इस बार भी कंप्लीट करेंगे और सबके सुझाव से करेंगे। इसीलिए हम आपसे वोट मांगना चाहेंगे। मेरा नाम दिव्यांश ठाकुर है, हमारा पैनल कोड है 2300। ਬਹੁਤ ਬਹੁਤ ਥੈਂਕ ਯੂ, ਧੰਨਵਾਦ, ਬੈਸਟ ਆਫ ਲੱਕ। ਤੁਹਾਨੂੰ ਵੀ ਬੈਸਟ ਆਫ ਲੱਕ ਜੀ, ਬੈਸਟ ਆਫ ਲੱਕ, ਬੈਸਟ ਆਫ ਲੱਕ, ਬੈਸਟ ਆਫ ਲੱਕ। ਹੁਣ ਦੇਖਣਾ ਹੋਏਗਾ ਕਿ ਆਖਿਰਕਾਰ ਪੰਜਾਬ ਯੂਨੀਵਰਸਿਟੀ ਦੇ ਜਿਹੜੇ 15000 ਸਟੂਡੈਂਟ ਨੇ ਉਹ ਕਿਹਨੂੰ ਚੁਣਦੇ ਨੇ, ਕੌਣ ਲੱਗਦਾ ਹੈ ਕਿ ਉਹ ਉਹਨਾਂ ਦੇ ਮੁੱਦੇ ਚੁੱਕ ਸਕਦੀ ਹੈ ਪਾਰਟੀ ਕਿਹੜੀ, ਕਿਉਂਕਿ ਕਈ ਸਾਰੇ ਦਾਅਵੇ ਕਰ ਰਹੇ ਨੇ ਮਸਲ, ਪੈਸਾ, ਸਟੂਡੈਂਟ ਪੋਲਿਟਿਕਸ, ਹਰ ਚੀਜ਼ ਦੀ। ਪਰ ਆਖਿਰਕਾਰ ਇਸ ਵਾਰੀ ਕੀ ਮੁੱਦਿਆਂ ਨੂੰ ਲੈ ਕੇ ਲੜਾਈ ਹੁੰਦੀ ਹੈ, ਕਿਸ ਚੀਜ਼ ਨੂੰ ਲੈ ਕੇ ਲੜਾਈ ਹੁੰਦੀ ਹੈ ਦੇਖਣਾ ਹੋਵੇਗਾ। ਪਰ ਨਾਲ ਦੇ ਨਾਲ ਸਭ ਤੋਂ ਵੱਡੀ ਗੱਲ ਕਿ ਆਖਿਰਕਾਰ ਜਦ 6 ਤਰੀਕ ਨੂੰ ਜਦ ਚੋਣਾਂ ਹੋਣਗੀਆਂ, ਸ਼ਾਮ ਨੂੰ ਰਿਜ਼ਲਟ ਨਿਕਲੂਗਾ ਤਾਂ ਫਿਰ ਕਿਹੜੀ ਪਾਰਟੀ ਸਟੂਡੈਂਟ ਕਾਉਂਸਲ ਇੱਥੋਂ ਬਣਾਉਂਦੀ ਹੈ। ਕੈਮਰਾ ਪਰਸਨ ਸ਼ਿਵਮ ਦੇ ਨਾਲ ਬਜ਼ਮ ਵਰਮਾ, ਡੇਲੀ ਪੋਸਟ, ਚੰਡੀਗੜ੍ਹ।